हाँ जी, नैक्सट जो अपने को है लास्ट वीडियो रिएक्शन मैकेनिज्म की लास्ट पार्ट 8वां। ये हुण तक जिन्ना भी आपां कीता मतलब रिएक्शन कोई भी आपां पढ़िया पहले तो भी हाँ रिएक्शन के रिएक्टेंट्स तो प्रोडक्ट बनते हैं, फिर आपां पढ़िया उहदी एनर्जी डायग्राम पढ़ी, एनर्जी डायग्राम दे विच या एनर्जी प्रोफाइल दे विच अपने कोले आ गया भी ਉਹਦੇ ਵਿੱਚ ਇੰਟਰਮੀਡੀਏਟ ਬਣਦੇ ਆ, ट्रांजिशन स्टेट ਹੁੰਦੀ ਆ, दो ਆਪਾਂ ਥਿਊਰੀਆਂ ਪੜ੍ਹੀਆਂ। ਉਸ ਤੋਂ ਬਾਅਦ ਜਿਹੜੇ ਇੰਟਰਮੀਡੀਏਟਸ ਪੜ੍ਹਦੇ ਆ ਉਹ ਸਾਰੇ ਪੜ੍ਹੇ ਆਪਾਂ, ਠੀਕ ਹੈ। ਜਿਹੜੇ ਇੰਟਰਮੀਡੀਏਟਸ ਹੁੰਦੇ ਆ ਉਹ ਸਾਰੇ ਪੜ੍ਹੇ ਆਪਾਂ, ਕਾਰਬੋਕੈਟਾਇਨ ਕਾਰਬੋਨਾਇਨ ਵਗੈਰਾ ਵਗੈਰਾ ਸਾਰੇ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਵੀ ਇੱਦਾਂ ਹੋ ਗਿਆ ਵੀ ਉਹਦੇ ਵਿੱਚ ਆ ਗਏ ਰੀਐਜੈਂਟਸ, ਫਿਰ ਆਪਾਂ ਰੀਐਜੈਂਟਸ ਪੜ੍ਹੇ, ਠੀਕ ਹੈ। ਇਲੈਕਟ੍ਰੋਫਾਈਲ, ਨਿਊਕਲੀਓਫਾਈਲ, ਐਕਸੈਕਟਰਾ ਸਾਰੇ ਪੜ੍ਹੇ, ਠੀਕ ਹੈ। ਇੱਦਾਂ ਦੇ ਹੁਣ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਆਪਾਂ ਹੁਣ ਤੱਕ ਪੜ੍ਹੀਆਂ ਨੇ ਜਿਹੜੀਆਂ ਪਹਿਲੇ 2 ਚੈਪਟਰਸ ਦੇ ਵਿੱਚ, ਜਿਹੜੀ ਇਹ ਵੀਡੀਓ ਹੈ ਇਹ ਹੈ ਉਹਨਾਂ ਦਾ ਨਿਚੋੜ ਸਾਰਾ, ਠੀਕ ਹੈ। ਇਸ ਵੀਡੀਓ ਦੇ ਵਿੱਚ ਵੀ ਆਪਾਂ ਉਹ ਚੀਜ਼ਾਂ ਜਿਹੜੀਆਂ ਪੜ੍ਹੀਆਂ ਨੇ, ਕਿਸੇ ਵੀ ਆਪਣੇ ਕੋਲ ਕੋਈ ਪਰਟੀਕੂਲਰ ਰਿਐਕਸ਼ਨ ਹੈ ਉਸ ਰਿਐਕਸ਼ਨ ਦੇ ਮਕੈਨਿਜ਼ਮ ਨੂੰ ਆਪਾਂ ਫਾਈਂਡ ਆਊਟ ਕਰਨ ਦੇ ਲਈ ਜਾਂ ਉਸ ਰਿਐਕਸ਼ਨ ਦਾ ਮਕੈਨਿਜ਼ਮ ਆਪਾਂ ਚਾਕ ਆਊਟ ਕਰਨ ਦੇ ਲਈ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ, ਠੀਕ ਹੈ। ਉਹਦੇ ਸਾਰੇ ਮਤਲਬ ਜਿਹੜਾ ਸਾਰਾ ਕੁਛ ਆਪਾਂ ਹੁਣ ਤੱਕ ਪੜ੍ਹਿਆ, ਇੰਨੀਆਂ ਵੀਡੀਓਜ਼ ਆਪਾਂ ਦੇਖੀਆਂ ਨੇ ਜਿਹੜੀਆਂ ਸਾਰੀਆਂ, ਉਹਨਾਂ ਦਾ ਨਿਚੋੜ ਇੱਕ ਤਰੀਕੇ ਨਾਲ ਕਹਿ ਲਓ ਵੀ ਇਸ ਵੀਡੀਓ ਦੇ ਵਿੱਚ ਹੈ, ਠੀਕ ਹੈ। ਜੇ ਆਪਾਂ ਨੂੰ ਉਹ ਸਾਰੀਆਂ ਚੀਜ਼ਾਂ ਪਤਾ ਹੋਣਗੀਆਂ ਤਾਂ ਆਪਾਂ ਕਿਸੇ ਵੀ ਰਿਐਕਸ਼ਨ ਦਾ, ਕਿਉਂਕਿ ਆਰਗੈਨਿਕ ਜਿਹੜੀ ਚੀਜ਼ ਹੈ ਨਾ, ਆਰਗੈਨਿਕ ਹੈ ਜਿਹੜੀ ਸਟੱਡੀ, ਇਹ ਜ਼ਿਆਦਾਤਰ ਰਿਐਕਸ਼ਨਸ ਹੁੰਦੀਆਂ ਨੇ ਇਹਦੇ ਵਿੱਚ, ਅਤੇ ਰਿਐਕਸ਼ਨਸ ਦੇ ਮਕੈਨਿਜ਼ਮ ਹੁੰਦੇ ਨੇ। 12ਵੀਂ ਤੱਕ ਦਾ ਤੁਹਾਡੇ ਕੋਲ ਸਿਰਫ ਨੇਮ ਰਿਐਕਸ਼ਨ ਸੀਗੀਆਂ, ਠੀਕ ਹੈ। 10-15 ਮੈਨੂੰ ਲੱਗਦਾ ਹੈਗੀਆਂ ਸੀ, ਅਤੇ ਸਿੰਪਲ ਰਿਐਕਸ਼ਨਸ ਸੀਗੀਆਂ। ਹੁਣ ਇੱਥੇ ਕੀ ਹੈ, ਉਹ ਰਿਐਕਸ਼ਨਸ ਵੀ ਨੇ BSc ਦੇ ਵਿੱਚ, ਉਹਨਾਂ ਦੇ ਮਕੈਨਿਜ਼ਮ ਵੀ ਉਹ ਡਿਟੇਲਡ ਕੱਲਾ ਸਟੈਪ, ਜਿਵੇਂ ਆਪਾਂ ਮੰਨ ਲਓ ਇੱਕ ਸਟੈਪ ਦੇ ਵਿੱਚ ਰਿਐਕਸ਼ਨ ਲਿਖਤੀ 12ਵੀਂ ਤੱਕ ਤਾਂ ਐਂ ਸੀ ਵੀ ਸਿਰਫ ਰਿਐਕਸ਼ਨ ਲਿਖ ਦਿਓ, ਠੀਕ ਹੈ। ਜਿਵੇਂ ਰੀਮਰ ਰਿਐਕਸ਼ਨ ਦੇ ਵਿੱਚ ਆਪਣਾ ਫਿਨੋਲ ਲਿਆ ਅਤੇ ਆਪਾਂ ਕਲੋਰੋਫਾਰਮ ਲਿਆ, ਠੀਕ ਹੈ। ਉੱਥੋਂ ਆਪਣਾ ਜਿਹੜਾ ਸੈਲੀਸਲਡੀਹਾਈਡ ਹੈ ਉਹ ਬਣ ਗਿਆ, ਸਿਰਫ ਇੱਕ ਸਟੈਪ ਦੇ ਵਿੱਚ ਲਿਖਤਾ। ਪਰ ਉਹ ਰਿਐਕਸ਼ਨ ਜਿਹੜੀ ਹੈ ਅਸਲ ਰਿਐਕਸ਼ਨ ਉਹਦੇ ਵਿੱਚ 10 ਸਟੈਪ ਹੁੰਦੇ ਨੇ, ਠੀਕ ਹੈ। 8-9 ਤਾਂ ਹੁੰਦੇ ਹੀ ਨੇ, ਪਰ ਜੇ ਆਪਾਂ ਦੇਖੀਏ ਇਕੱਲਾ ਸਟੈਪ ਅੱਡ ਕਰਕੇ ਤਾਂ 10 ਸਟੈਪ ਟੋਟਲ ਉਹਦੇ ਵਿੱਚ ਬਣ ਜਾਂਦੇ ਆ। ਤਾਂ ਉਹ 10 ਦੇ 10 ਸਟੈਪ ਤੁਹਾਨੂੰ ਹੁਣ BSc ਦੇ ਵਿੱਚ ਲਿਖਣੇ ਪਿਆ ਕਰਨਗੇ, ਠੀਕ ਹੈ। ਤਾਂ ਉਹ ਸਾਰੇ ਦੇ ਸਾਰੇ ਸਟੈਪਸ ਲਿਖਣ ਦੇ ਲਈ ਅੱਜ ਦੀ ਵੀਡੀਓ ਹੈ ਜਿਹੜੀ, ਠੀਕ ਹੈ। ਹੁਣ ਆਪਾਂ ਕੋਈ ਮਕੈਨਿਜ਼ਮ ਦੇਵਾਂਗੇ ਕਿਸੇ ਰਿਐਕਸ਼ਨ ਦਾ, ਠੀਕ ਹੈ। ਉਹਨੂੰ ਆਪਾਂ ਫਿਰ ਜਸਟੀਫਾਈ ਵੀ ਕਰਨਾ ਹੋਊਗਾ, ਕਿਵੇਂ ਆਪਾਂ ਜਸਟੀਫਾਈ ਉਹਨੂੰ ਕਰ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਅੱਜ ਦੀ ਵੀਡੀਓ ਜਿਹੜੀ ਹੈ ਇਹ 'ਤੇ ਥੋੜ੍ਹਾ ਜਿਹਾ ਡਿਪੈਂਡ ਕਰਦਾ, ਠੀਕ ਹੈ। ਥੋੜ੍ਹਾ ਜਿਹਾ ਨਹੀਂ ਮਤਲਬ ਸਾਰਾ ਹੀ ਡਿਪੈਂਡ ਕਰਦਾ, ਤਾਂ ਥੋੜ੍ਹਾ ਜਿਹਾ ਧਿਆਨ ਦਿਓ ਅੱਜ ਦੀ ਵੀਡੀਓ ਦੇ ਉੱਪਰ, ਠੀਕ ਹੈ। ਇਹ ਵੀਡੀਓ ਸ਼ਾਇਦ ਥੋੜ੍ਹੀ ਜਿਹੀ ਲੰਬੀ ਚਲੀ ਜਾਵੇ, 50-55 ਮਿੰਟ ਦੀ ਹੋ ਜੇ, ਕੋਸ਼ਿਸ਼ ਕਰੂੰਗਾ ਮੈਂ ਘੱਟ ਤੋਂ ਘੱਟ ਰਹੇ, ਪਰ ਹੋ ਸਕਦਾ ਲੰਬੀ ਚਲੀ ਜਾਵੇ, ਠੀਕ ਹੈ। ਬਾਕੀ ਦੇਖਦੇ ਹਾਂ। ਹਾਂਜੀ, ਹੁਣ ਕੋਈ ਵੀ ਰਿਐਕਸ਼ਨ ਕਿੱਦਾਂ ਹੋ ਰਹੀ ਹੈ, ਸਭ ਤੋਂ ਪਹਿਲਾਂ ਤਾਂ ਰਿਐਕਸ਼ਨ ਮਕੈਨਿਜ਼ਮ, ਮੈਥਡਸ ਆਫ ਡਿਟਰਮਾਈਨਿੰਗ ਰਿਐਕਸ਼ਨ ਮਕੈਨਿਜ਼ਮ। ਤਾਂ ਸਭ ਤੋਂ ਪਹਿਲਾਂ ਰਿਐਕਸ਼ਨ ਮਕੈਨਿਜ਼ਮ ਹੁੰਦਾ ਕੀ ਹੈ ਆਪਾਂ ਨੂੰ ਪਤਾ ਹੋਣਾ ਚਾਹੀਦਾ। ਕੋਈ ਵੀ ਕੈਮੀਕਲ ਰਿਐਕਸ਼ਨ ਹੋ ਰਹੀ ਹੈ ਉਹ ਡਿਟੇਲਡ ਸਟੈਪ ਬਾਏ ਸਟੈਪ ਜਿਹੜੀ ਕੈਮੀਕਲ ਰਿਐਕਸ਼ਨ ਉਹ ਕਿੱਦਾਂ ਹੋ ਰਹੀ ਹੈ, ਕੀ ਚੇਂਜਸ ਹੋ ਰਹੀਆਂ ਨੇ ਉਹਦੇ ਵਿੱਚ, ਉਹ ਸਾਰੀ ਜਿਹੜੀ ਸਟੱਡੀ ਹੈ ਉਸ ਨੂੰ ਆਪਾਂ ਕੀ ਕਹਾਂਗੇ, ਰਿਐਕਸ਼ਨ ਮਕੈਨਿਜ਼ਮ, ਠੀਕ ਹੈ। ਉਸ ਤੋਂ ਬਾਅਦ ਕਿਸੇ ਵੀ ਰਿਐਕਸ਼ਨ ਦਾ ਜਿਹੜਾ ਮਕੈਨਿਜ਼ਮ ਹੈ ਉਹ ਕੀ ਹੈ, ਡਿਟੇਲਡ ਇਨਫੋਰਮੇਸ਼ਨ ਦਿੰਦਾ ਅਬਾਊਟ ਦਾ ਰਿਐਕਸ਼ਨ, ਵੀ ਰਿਐਕਸ਼ਨ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ, ਠੀਕ ਹੈ। ਇੱਥੋਂ ਆਪਾਂ ਕੀ ਕਰ ਸਕਦੇ ਹਾਂ, ਪ੍ਰੈਡਿਕਸ਼ਨਾਂ ਬਣਾ ਸਕਦੇ ਹਾਂ ਉਹਦੇ ਨਾਲ ਵਾਲੀਆਂ ਜਿਹੜੀਆਂ, ਜਿਵੇਂ ਕੋਈ ਇੱਕ ਰਿਐਕਸ਼ਨ ਦੇ ਵਿੱਚ ਕਲੋਰੀਨ ਬਾਹਰ ਨਿਕਲ ਰਹੀ ਹੈ, ਡਬਲ ਬੌਂਡ ਬਣ ਰਹੇ, ਕੋਈ ਹੋਰ ਦੂਸਰੀ ਰਿਐਕਸ਼ਨ ਵੀ ਹੈ ਜਿਹਦੇ ਵਿੱਚ ਕਿਸੇ ਅਲੱਗ ਕੰਪਾਊਂਡ ਤੋਂ ਕਲੋਰੀਨ ਬਾਹਰ ਨਿਕਲਦੀ ਹੈ, ਡਬਲ ਬੌਂਡ ਬਣ ਰਿਹਾ। ਤਾਂ ਆਪਾਂ ਕੀ ਕਰ ਸਕਦੇ ਹਾਂ ਵੀ ਪ੍ਰੈਡਿਕਟ ਕਰ ਸਕਦੇ ਹਾਂ ਜੇ ਇਹਦਾ ਮਕੈਨਿਜ਼ਮ ਇੱਦਾਂ ਦਾ ਤਾਂ ਦੂਸਰੀ ਦਾ ਮਕੈਨਿਜ਼ਮ ਵੀ ਇੱਦਾਂ ਦਾ ਹੀ ਹੋਊਗਾ, ਠੀਕ ਹੈ। ਇੱਦਾਂ ਚੀਜ਼ ਆਪਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਕਈ ਤਰੀਕੇ ਦੇ ਮੈਥਡਸ ਆਪਾਂ ਯੂਜ਼ ਕਰ ਸਕਦੇ ਹਾਂ ਮਕੈਨਿਜ਼ਮ ਨੂੰ ਆਪਾਂ ਡਿਟਰਮਾਈਨ ਕਰਨ ਦੇ ਲਈ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਮਕੈਨਿਜ਼ਮ ਦੀਆਂ ਪ੍ਰੋਪਰਟੀਜ਼ ਦੇਖਣੀਆਂ ਆਪਾਂ, ਮਕੈਨਿਜ਼ਮ ਜਿਹੜਾ ਹੈ ਉਹ ਕੀ ਚੀਜ਼ਾਂ ਆਪਾਂ ਨੂੰ ਮਕੈਨਿਜ਼ਮ ਤੋਂ ਚਾਹੀਦੀਆਂ। ਸਭ ਤੋਂ ਪਹਿਲੀ ਚੀਜ਼, ਇਟ ਸ਼ੁੱਡ ਬੀ ਐਨਰਜੈਟੀਕਲੀ ਫੇਵਰੇਬਲ। ਐਨਰਜੀ ਡਾਇਗਰਾਮ ਆਪਾਂ ਪੜ੍ਹੀ ਸੀ, ਮਕੈਨਿਜ਼ਮ ਹੈ ਜਿਹੜਾ ਉਹ ਜਿਹੜੀ ਐਨਰਜੀ ਡਾਇਗਰਾਮ ਜਿੱਧਰ ਨੂੰ ਜਾਂਦੀ ਹੈ ਰਿਐਕਸ਼ਨ ਦੀ ਉਸੇ ਡਾਇਰੈਕਸ਼ਨ ਦੇ ਵਿੱਚ ਮਕੈਨਿਜ਼ਮ ਜਾਣਾ ਚਾਹੀਦਾ, ਠੀਕ ਹੈ। ਜਿਵੇਂ ਆਪਾਂ ਨੂੰ ਪਤਾ ਵੀ ਐਨਰਜੀ ਡਾਇਗਰਾਮ ਇੱਥੋਂ ਸ਼ੁਰੂ ਹੋ ਕੇ ਰਿਐਕਟੈਂਟਸ ਤੋਂ ਇੱਕ ਪੀਕ ਹਾਇਰ ਪੀਕ 'ਤੇ ਗਈ, ਹਾਇਰ ਪੀਕ ਕਿਹਨੂੰ ਦਰਸਾਉਂਦੀ ਹੈ, ਟ੍ਰਾਂਜੀਸ਼ਨ ਸਟੇਟ, ਫਿਰ ਨੀਚੇ ਆ ਜਾਂਦੀ ਹੈ, ਠੀਕ ਹੈ। ਨੀਚੇ ਆ ਕੇ ਕੀ ਆਉਂਦੇ ਪ੍ਰੋਡਕਟ, ਠੀਕ ਹੈ। ਤਾਂ ਉਵੇਂ ਹੀ ਮਕੈਨਿਜ਼ਮ ਦੇ ਵਿੱਚ ਪਹਿਲਾਂ ਟ੍ਰਾਂਜੀਸ਼ਨ ਸਟੇਟ ਬਣਨੀ ਚਾਹੀਦੀ ਹੈ, ਫਿਰ ਪ੍ਰੋਡਕਟ ਬਣਨਾ ਚਾਹੀਦਾ। ਜੇ ਟ੍ਰਾਂਜੀਸ਼ਨ ਸਟੇਟ ਤੋਂ ਬਾਅਦ ਇੱਕ ਮਿਨੀਮਾ ਆ ਕੇ ਫਿਰ ਮੈਕਸੀਮਾ ਆ ਕੇ ਫਿਰ ਮਿਨੀਮਾ ਹੁੰਦਾ, ਤਾਂ 2 ਉਹਦੇ ਵਿੱਚ ਟ੍ਰਾਂਜੀਸ਼ਨ ਸਟੇਟ ਅਤੇ ਇੱਕ ਇੰਟਰਮੀਡੀਏਟ ਬਣਨਾ ਚਾਹੀਦਾ। ਇੱਦਾਂ ਮਤਲਬ ਜਿੱਦਾਂ ਦੀ ਉਹਦੀ ਐਨਰਜੀ ਪ੍ਰੋਫਾਈਲ ਡਾਇਗਰਾਮ ਹੈ ਉੱਦਾਂ ਦਾ ਹੀ ਮਕੈਨਿਜ਼ਮ, ਸੁਟੇਬਲ ਮਕੈਨਿਜ਼ਮ ਆਪਾਂ ਉਹਨੂੰ ਰਿਐਕਸ਼ਨ ਨੂੰ ਦੇਵਾਂਗੇ। ਦੂਸਰਾ, should account for all the observations taken experimentally ਆਪਾਂ ਕੋਈ observation ਕਰਦੇ ਹਾਂ, ਠੀਕ ਹੈ। ਜਿੱਦਾਂ ਵੀ
एक स्टैप है जिहड़ा वो ज़्यादा टाइम लऊगा, दूसरा स्टैप घट टाइम लऊगा, वो क्यों लऊगा, वो सारियां चीज़ां मैकेनिज्म क्लीयर करे भी हाँ आ अटैक हुंदा तां ये छेती हो जाता, जे आ अटैक हुंदा जां बाउंड टुटदा ये स्लो टुटदा ये, ठीक है, ये तां करके ये स्टैप स्लो हुंदा, ये सारियां चीज़ां, ठीक है, एक्सपैरीमेंटली ਜਿਹੜੀਆਂ ਚੀਜ਼ਾਂ ਆਪਾਂ ऑब्जर्व ਕੀਤੀਆਂ ਉਹ ਸਾਰੀਆਂ ਚੀਜ਼ਾਂ ਮੈਕੈਨਿਜ਼ਮ ਦੱਸੇ। ਸ਼ੁੱਡ ਬੀ ਕੰਸਿਸਟੈਂਟ ਵਿਦ ਦਾ ਮੈਕੈਨਿਜ਼ਮ ਆਫ ਸਿਮਿਲਰ ਰਿਐਕਸ਼ਨ, ਨਾਲ ਦੀਆਂ ਜਿਹੜੀਆਂ ਉਹਦੇ ਨਾਲ ਦੀਆਂ ਰਿਐਕਸ਼ਨਸ ਹੋਣੀਆਂ, ਜਿਵੇਂ ਮੈਂ ਪਹਿਲਾਂ ਵੀ ਕਿਹਾ ਡਬਲ ਬੌਂਡ ਬਣਦਾ, ਕਲੋਰੀਨ ਬਾਹਰ ਨਿਕਲਦਾ, ਜੇ ਕੋਈ ਹੋਰ ਰਿਐਕਸ਼ਨ ਦੇ ਵਿੱਚ ਇੱਦਾਂ ਦਾ ਹੈ ਤਾਂ ਦੋਨਾਂ ਦੇ ਮੈਕੈਨਿਜ਼ਮ ਸਿਮਿਲਰ ਹੋਣੇ ਚਾਹੀਦਾ, ਥੋੜ੍ਹਾ ਬਹੁਤਾ ਚੇਂਜ ਹੋ ਸਕਦਾ, ਠੀਕ ਹੈ, ਕੋਈ ਇੱਕ ਅੱਧਾ ਗਰੁੱਪ ਵਾਧੂ ਲੱਗਿਆ ਹੋਇਆ ਜਾਂ ਫਾਸਟ ਹੋ ਰਹੀ ਹੈ ਰਿਐਕਸ਼ਨ ਜਾਂ ਸਲੋ ਹੋ ਰਹੀ ਹੈ, ਉਹ ਕੋਈ ਵੀ ਚੇਂਜ ਹੋ ਸਕਦਾ, ਠੀਕ ਹੈ, ਪਰ ਉਹਦਾ ਮੈਕੈਨਿਜ਼ਮ ਸੇਮ ਹੋਣਾ ਚਾਹੀਦਾ, ਸਿਮਿਲਰ ਹੋਣਾ ਚਾਹੀਦਾ, ਸੇਮ ਨਹੀਂ ਸਿਮਿਲਰ ਹੋਣਾ ਚਾਹੀਦਾ, ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਐਕਸਪੈਰੀਮੈਂਟਲ ਮੈਥਡਸ ਯੂਜ਼ ਕਰਦੇ ਆਂਗੇ ਰਿਐਕਸ਼ਨ ਮੈਕੈਨਿਜ਼ਮ ਡਿਟਰਮਾਈਨ ਕਰਨ ਦੇ ਲਈ, ਉਹ ਕਿਹੜੇ ਨੇ ਆਪਣੇ ਕੋਲ ਹੈਗਾ ਸਭ ਤੋਂ ਪਹਿਲਾਂ ਤਾਂ ਪ੍ਰੋਡਕਟ ਐਨਾਲਿਸਿਸ, ਠੀਕ ਹੈ, ਉਸ ਤੋਂ ਬਾਅਦ ਪ੍ਰੋਡਕਟ ਐਨਾਲਿਸਿਸ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ, ਦੂਸਰਾ ਹੈ ਡਿਟੈਕਸ਼ਨ ਆਫ ਇੰਟਰਮੀਡੀਏਟਸ ਜਾਂ ਆਈਸੋਲੇਸ਼ਨ, ਠੀਕ ਹੈ, ਤੀਸਰਾ ਹੈ ਆਈਸੋਟੋਪਿਕ ਲੈਬਲਿੰਗ, चौथा है आइसोटोप इफेक्ट, पंजवां है काइनेटिक स्टडीज़, छेवां है स्टीरियोकैमिकल स्टडीज़, ठीक है। हुण आपां कल्ला कल्ला इन्हां पढ़ते हैं। सब तो पहला है अपने कोल प्रोडक्ट एनालिसिस। प्रोडक्ट एनालिसिस दे विच की हुंदा, आपां सब तो पहला ना कोई भी रिएक्शन देखांगे, सब तो पहले तो आपां ये देखना भी रिएक्शन दे विच प्रोडक्ट की बन रहे हैं। सब तो पहला स्टैप मैकेनिज्म पता करन दा ये हुंदा भी प्रोडक्ट देखो भी की बन रहे हैं ते रिएक्टेंट की सीगा, ठीक है, किस तरह की थोनों की लगता भी किस तरह की चेंज रिएक्टेंट तो प्रोडक्ट दे विच आउंदे आउंदे होई आ, कोई बॉन्ड टुटिया या फिर कोई चीज़ जुड़ी है उहदे विच, या पूरे का पूरा मॉलीक्यूल ही रिएक्टेंट दे विचों बाहर निकल गया प्रोडक्ट बनने दे लई। इदां दी मतलब प्रोडक्ट नूं देखो भी प्रोडक्ट किस तरीके का प्रोडक्ट बन रहा ते रिएक्टेंट नूं की कुछ करना पऊगा वो प्रोडक्ट बनाउण दे लई, जिदा कुछ रिएक्टेंट करूगा वो प्रोडक्ट बनाने दे लई वो सारा कुछ की आ जाऊगा मैकेनिज्म दे विच आ जाऊगा, ठीक है। तो सब तो पहली चीज़ जिहड़ी आपां देखनी है वो देखना प्रोडक्ट एनालिसिस, ठीक है। हुण जदों आपां मैकेनिज्म देखांगे, ठीक है, प्रोडक्ट एनालिसिस दे विच आपां देखना भी हाँ किन्ने प्रपोर्शनस दे विच किहड़ा जिहड़ा प्रोडक्ट है बनिया, ठीक है। मान लो 3 प्रोडक्ट बनते हैं, 2 रिएक्टेंट्स जो मिलते हैं तो 3 प्रोडक्ट बनते हैं। पहला प्रोडक्ट 10% बनता, दूसरा प्रोडक्ट 50% बनता, तीसरा प्रोडक्ट है जो 40% बनता। तो वह कल्ला प्रोडक्ट है जो मैकेनिज्म उन्होंने जस्टिफाई करे भी हाँ आ 10% क्यों बनया, आ 50% क्यों बनया, तो 40% क्यों बनया। ये चीज़ां सारियां जिहड़ा है वह मैकेनिज्म जस्टिफाई करे, ठीक है। इसकी एग्जाम्पल आप पढ़ लेने भी आप इनू किवें यूज़ कर सकते हैं। सब तो जी एग्जाम्पल है क्लोरीनेशन ऑफ मिथेन। मिथेन की जो क्लोरीनेशन करते हैं, मिथेन होंगी अपने को CH4, क्लोरीनेशन किहदे नाल करांगे, क्लोरीन नाल, Cl2 दे नाल, ठीक है। जो मिथेन को क्लोरीनेट करते हैं इन द प्रेजेंस ऑफ सनलाइट, ठीक है, स्मॉल अमाउंट ऑफ इथेन आप यूज़ करते हैं, सॉरी स्मॉल अमाउंट ऑफ जी इथेन है वो बन जाती है, ठीक है। जो यदि क्लोरीनेशन करांगे तो यदा मतलब क्या क्लोरीन ये ऐड हो जू, क्लोरीनेशन मतलब क्लोरीन ऐड हो जू, ठीक है। जिवें ऑक्सीडेशन ऑक्सीजन ऐड होंदी है, रिडक्शन दे विच हाइड्रोजन ऐड होंदी है, क्लोरीनेशन मतलब क्लोरीन ऐड होगा। तो CH4 दे विच जो Cl2 ऐड होगा, ठीक है, सनलाइट की प्रेजेंस दे विच, तो एक H निकल जूगा, एक Cl नाल मिल के HCl बना दूगा, तो CH3Cl है जिहड़ा इहदा मेन प्रोडक्ट। मतलब इन्नी करैक्शन जिहड़ी है वो अपनी होनी चाहिए है, ठीक है। इधरों एक H निकलिया, इधरों एक Cl इहदे नाल जुड़ गया, आ Cl नाल जुड़ गया, ठीक है, CH3Cl तो HCl बन गया। पर इहदे विच हुंदा की आ थोड़ी जी अमाउंट दे विच इथेन है जिहड़ी वो भी बन जाती है C2H6 या फिर कह लो CH3CH3। हुण ये किवें बनदी है आपां जस्टिफाई करांगे। सब तो पहले तो चेन इनीशिएशन। चेन इनीशिएशन दे विच की हुंदा अपने कोले Cl है जिहड़ा आपां नूं पता भी ये फ्री रेडिकल रिएक्शन है, ठीक है। H नहीं उहदी प्रेजेंस दे विच Cl है जिहड़ा वो एक इलैक्ट्रॉन इत्थे एक इलैक्ट्रॉन इत्थे होमोलिसिस हो जाती है, 2Cl डॉट बन जाते हैं अपने को, ठीक है, फ्री रेडिकल्स बन जाते हैं। हुण प्रोपेगेशन दे विच की होगा, रिएक्शन किवें प्रोसीड करदी है, एक Cl डॉट है जिहड़ा वो की करूगा CH4 नाल रिएक्ट करके, ठीक है, इत्थे CH3 डॉट ते HCl बना दूगा, ये बन गया, ठीक है। इधरों एक H ने अब्सट्रैक्ट कर ली, CH3 रह गया, एक इलैक्ट्रॉन इहदा सी, एक इलैक्ट्रॉन हाइड्रोजन लिया, एक इलैक्ट्रॉन इत्थे ऑल्ट रह गया, ठीक है। उस तो बाद जिहड़ा CH3 होया एक ही करूँगा, या फिर दूसरे स्टैप दे विच की हो सकता है, ये प्रोपेगेशन दे विच ही है, CH3 है जिहड़ा वो CH3Cl बना दूगा, ठीक है। इदां मतलब जाना
Cl ਤੇ CH4 ਰਿਐਕਟ ਕਰਕੇ CH3 ਤੇ HCl ਬਣਾ ਦੇਣਗੇ। ਠੀਕ ਹੈ, ਹੁਣ ਆ ਦੇਖੋ HCl ਬਣ ਗਿਆ, HCl ਆਪਣਾ ਜਸਟੀਫਾਈ ਹੋ ਗਿਆ, CH3Cl ਬਣ ਗਿਆ, CH3Cl ਜਸਟੀਫਾਈ ਹੋ ਗਿਆ ਆਪਣਾ। ਠੀਕ ਹੈ, ਇੱਥੇ ਪਰ ਪ੍ਰੋਪੇਗੇਸ਼ਨ ਦੇ ਵਿੱਚ ਕਿਤੇ ਵੀ ਆ ਚੀਜ਼ ਨਹੀਂ ਬਣੀ ਹੈਗੀ। ਤਾਂ ਹੁਣ ਪ੍ਰੋਪੇਗੇਸ਼ਨ ਮਤਲਬ ਸਾਰੀ ਦੀ ਸਾਰੀ ਰਿਐਕਸ਼ਨ ਜਿਹੜੀ ਹੈ ਉਹ ਪ੍ਰੋਪੇਗੇਸ਼ਨ ਦੇ ਵਿੱਚ ਹੀ ਹੁੰਦੀ ਆ। ਮਤਲਬ ਸ਼ੁਰੂ ਕਿਵੇਂ ਹੋਈ ਰਿਐਕਸ਼ਨ, ਵਿੱਚ ਵਿਚਾਲੇ ਕੀ ਹੋਇਆ, ਕੀ ਪ੍ਰੋਡਕਟ ਬਣੇ, ਉਹ ਸਾਰਾ ਕੁਛ ਪ੍ਰੋਪੇਗੇਸ਼ਨ ਦੇ ਵਿੱਚ ਆ ਜਾਊਗਾ। ਅੱਗੇ ਆ ਜਾਂਦੀ ਆਪਣੀ ਟਰਮੀਨੇਸ਼ਨ। ਟਰਮੀਨੇਸ਼ਨ ਦੇ ਵਿੱਚ ਕੀ ਹੋਊਗਾ, ਹੁਣ ਟਰਮੀਨੇਟ ਰਿਐਕਸ਼ਨ ਕੋਈ ਵੀ ਕਿਵੇਂ ਖਤਮ ਹੋ ਸਕਦੀ ਹੈ, ਖਤਮ ਕਿਵੇਂ ਹੋਊਗੀ, ਜਾਂ ਤਾਂ ਕੋਈ ਵੀ ਰਿਐਕਸ਼ਨ ਮਤਲਬ ਰਿਐਕਸ਼ਨ ਟਰਮੀਨੇਟ ਹੋਣ ਦਾ ਮਤਲਬ ਕੀ ਹੈ, ਕਿਉਂਕਿ ਫ੍ਰੀ ਰੈਡੀਕਲ ਰਿਐਕਸ਼ਨ ਹੈ ਤਾਂ ਫ੍ਰੀ ਰੈਡੀਕਲ ਕਿਵੇਂ ਖਤਮ ਹੋਊਗਾ। ਜਿਵੇਂ ਇਸ ਰਿਐਕਸ਼ਨ ਦੇ ਵਿੱਚ ਇੱਕ ਫ੍ਰੀ ਰੈਡੀਕਲ ਲੈ ਗਿਆ ਸੀ, ਉਹ ਫ੍ਰੀ ਰੈਡੀਕਲ ਦੂਸਰੇ ਨਾਲ ਮਿਲ ਕੇ ਉਹਨੇ ਨਿਊਟਰਲ ਮੋਲੀਕਿਊਲ ਬਣਾਤਾ। ਠੀਕ ਹੈ, ਫ੍ਰੀ ਰੈਡੀਕਲ ਖਤਮ ਹੋ ਗਿਆ। ਹੁਣ ਫ੍ਰੀ ਰੈਡੀਕਲ ਜਾਂ ਤਾਂ ਦੋਨੇ Cl ਜੁੜ ਜਾਣਗੇ, Cl2 ਬਣਾ ਦੇਣਗੇ। ਪਹਿਲਾਂ ਤਾਂ ਪੋਸੀਬਲ ਰਿਐਕਸ਼ਨ ਇਹ ਹੈ ਇਹਦੇ ਵਿੱਚ। ਦੂਸਰੀ ਪੋਸੀਬਲ ਰਿਐਕਸ਼ਨ ਕੀ ਹੈ ਇਹਦੇ ਵਿੱਚ, Cl ਤੇ CH3 ਜੁੜ ਜਾਣਗੇ, ਉਹ ਕੀ ਬਣ ਜੂਗਾ, CH3Cl। ਠੀਕ ਹੈ, ਕਿਉਂਕਿ ਦੋ ਹੀ ਤਰ੍ਹਾਂ ਦੇ ਆਪਣੇ ਕੋਲ ਜਿਹੜੇ ਫ੍ਰੀ ਰੈਡੀਕਲ ਬਣ ਰਹੇ ਨੇ। ਹੁਣ ਤੀਸਰਾ ਜਿਹੜੀ ਇਹਦੇ ਵਿੱਚ ਤੀਸਰੀ ਪੋਸੀਬਿਲਿਟੀ ਕੀ ਹੈ, ਇੱਕ CH3 ਤੇ ਦੂਸਰਾ CH3, ਇਹ ਵੀ ਤਾਂ ਜੁੜ ਸਕਦੇ ਆ ਨਾ। ਇਹ ਜੁੜ ਕੇ ਕੀ ਬਣਾਉਣਗੇ, CH3 ਠੀਕ ਹੈ, ਕਿਉਂਕਿ ਪ੍ਰੋਪੇਗੇਸ਼ਨ ਦੇ ਵਿੱਚ ਕਿਤੇ ਵੀ ਇਥੇਨ ਨਹੀਂ ਬਣਦਾ। ਟਰਮੀਨੇਸ਼ਨ ਦੇ ਵਿੱਚ ਵੀ 3 ਕੇਸਿਸ ਹੁੰਦੇ ਆ, ਤਿੰਨਾਂ 'ਚੋਂ ਸਿਰਫ ਇੱਕ ਕੇਸ ਦੇ ਵਿੱਚ ਇਥੇਨ ਬਣਦਾ, ਤਾਂ ਕਰਕੇ ਬਹੁਤ ਘੱਟ ਅਮਾਊਂਟ ਦੇ ਵਿੱਚ, ਵੈਰੀ ਸਮਾਲ ਅਮਾਊਂਟ ਦੇ ਵਿੱਚ ਜਿਹੜਾ ਹੈ ਇਥੇਨ ਬਣਦਾ। ਠੀਕ ਹੈ, ਇਸ ਲਈ ਇਹਦੀ ਜਿਹੜੀ ਹੈ ਵੈਰੀ ਸਮਾਲ ਅਮਾਊਂਟ ਬਣਦੀ ਹੈ। ਤਾਂ ਮਕੈਨਿਜ਼ਮ ਜਿਹੜਾ ਹੈ, ਜਦੋਂ ਆਪਾਂ ਇਹ ਮਕੈਨਿਜ਼ਮ ਸੋਚਿਆ ਵੀ ਹਾਂ ਇੱਦਾਂ ਇਹ ਰਿਐਕਸ਼ਨ ਜਿਹੜੀ ਹੈ ਪ੍ਰੋਸੀਡ ਕਰਦੀ ਹੈ, ਜੇ ਇਸ ਮੈਥਡ ਦੇ ਨਾਲ ਇਹ ਰਿਐਕਸ਼ਨ ਪ੍ਰੋਸੀਡ ਕਰੂਗੀ ਤਾਂ ਆਹ ਤਿੰਨੇ ਪ੍ਰੋਡਕਟ ਜਿਹੜੇ ਹੈ ਆਪਾਂ ਜਸਟੀਫਾਈ ਉਹਨਾਂ ਨੂੰ ਕਰ ਦਿੰਦੇ ਹਾਂ। ਕਿਉਂਕਿ ਪ੍ਰੋਪੇਗੇਸ਼ਨ ਦੇ ਵਿੱਚ HCl ਤੇ CH3Cl ਲਾਰਜ ਅਮਾਊਂਟ ਦੇ ਵਿੱਚ ਬਣਦੇ ਆ, ਤਾਂ ਸਿਰਫ ਆਹੀ ਦੋ ਚੀਜ਼ਾਂ ਬਣਨਗੀਆਂ। ਅਤੇ ਇੱਥੇ ਫਿਰ CH3Cl ਬਣ ਗਿਆ। ਜਿਹੜੀ ਆਹ ਚੀਜ਼ ਬਣੀ ਇਹ ਤਾਂ ਇੱਥੇ ਯੂਜ਼ ਹੀ ਹੋ ਗਈ, ਇਹ ਇਨੀਸ਼ੀਏਸ਼ਨ ਦੇ ਵਿੱਚ ਆਹ ਚੀਜ਼ ਫਿਰ ਯੂਜ਼ ਹੋ ਗਈ। ਆਹ ਪ੍ਰੋਡਕਟ ਹੈਗਾ ਹੀ ਆ ਆਪਣਾ। ਠੀਕ ਹੈ, ਆਹ ਵੀ ਪ੍ਰੋਡਕਟ ਆਪਣਾ ਜਿਹੜਾ ਹੈ ਉਹ ਬਣ ਗਿਆ, ਤਾਂ ਆਹ ਚੀਜ਼ ਤਾਂ ਦੁਬਾਰਾ ਯੂਜ਼ ਹੋ ਜੂਗੀ। ਆਹ ਚੀਜ਼ਾਂ ਦੋਨਾਂ ਨੂੰ ਆਪਾਂ ਨੂੰ ਮਿਲ ਗਈਆਂ, ਇੱਥੋਂ ਆਪਾਂ ਨੂੰ ਆਹ ਦੋਨੇ ਚੀਜ਼ਾਂ ਮਿਲ ਗਈਆਂ, ਆਹ ਯੂਜ਼ ਹੋਈ ਜਾਂਦੀ ਹੈ। ਠੀਕ ਹੈ, ਇੱਥੇ ਆਹ ਚੀਜ਼ ਯੂਜ਼ ਹੋ ਜਾਂਦੀ ਹੈ। ਮਤਲਬ ਪ੍ਰੋਡਕਟ ਆਪਣੇ ਕੋਲ ਰਹਿੰਦੇ ਕਿਹੜੇ, ਇੱਕ ਆਹ ਅਤੇ ਇੱਕ ਆਹ। ਠੀਕ ਹੈ, ਤਿੰਨ ਚੀਜ਼ਾਂ ਬਣੀਆਂ, ਆਪਣੇ ਕੋਲ ਪ੍ਰੋਡਕਟ ਬਣ ਗਿਆ। ਦੋਨੇ ਹਾਈ ਕੁਆਂਟਿਟੀ 'ਚ ਬਣੇ, ਆਹ ਥੋੜ੍ਹਾ ਜਿਹਾ ਘੱਟ ਅਮਾਊਂਟ ਦੇ ਵਿੱਚ ਬਣਿਆ। ਠੀਕ ਹੈ, ਤਾਂ ਇਹ ਸਮਾਲ ਅਮਾਊਂਟ ਦੇ ਵਿੱਚ ਬਣ ਗਿਆ। ਹੁਣ ਉਸ ਤੋਂ ਬਾਅਦ ਦੂਸਰੀ ਜਿਹੜੀ ਐਗਜ਼ਾਮਪਲ ਹੈ ਇਹਦੀ ਆਪਣੇ ਕੋਲ, ਉਹ ਕੀ ਆ, ਹਾਈਡਰੋਲਿਸਿਸ ਆਫ ਆਈਸੋਮੈਰਿਕ ਅਲਾਈਲ ਕਲੋਰਾਈਡਸ। ਜਿਵੇਂ ਆਪਣੇ ਕੋਲ ਦੋ ਨੇ। ਠੀਕ ਹੈ, ਆਹ ਤੁਸੀਂ ਦੇਖ ਸਕਦੇ ਹੋ ਅਲਾਈਲ ਕੀ ਹੁੰਦਾ, ਡਬਲ ਬੌਂਡ ਦੇ ਨਾਲ ਵਾਲੀ ਕਾਰਬਨ ਦੇ ਉੱਪਰ ਕੋਈ ਗਰੁੱਪ ਲੱਗਿਆ ਹੋਵੇ। ਜਿਵੇਂ ਆਹ ਡਬਲ ਬੌਂਡ ਹੈ, ਇਹਦੇ ਨਾਲ ਵਾਲੀ ਕਾਰਬਨ 'ਤੇ ਕਲੋਰੀਨ ਲੱਗਿਆ ਹੋਇਆ। ਇੱਥੇ ਆਹ ਡਬਲ ਬੌਂਡ ਹੈ, ਇਹਦੇ ਨਾਲ ਵਾਲੀ ਕਾਰਬਨ 'ਤੇ ਕਲੋਰੀਨ ਲੱਗਿਆ ਹੋਇਆ। ਠੀਕ ਹੈ, ਤਾਂ ਇਹ ਚੀਜ਼ ਹੁੰਦੀ ਆ ਅਲਾਈਲ। ਹੁਣ ਜੇ ਇਹਨਾਂ ਦੀ ਜਦੋਂ ਆਪਾਂ ਅਲਾਈਲ ਕਲੋਰਾਈਡ ਹੋ ਗਏ, ਇਹਨਾਂ ਦੀ ਜਦੋਂ ਆਪਾਂ ਹਾਈਡਰੋਲਿਸਿਸ ਕਰਾਂਗੇ ਤਾਂ ਉੱਥੇ ਕੀ ਹੋਊਗਾ, ਵਾਟਰ ਦੇ ਵਿੱਚੋਂ Cl ਦੇ ਨਾਲ ਕੀ ਰਿਪਲੇਸ ਹੋ ਸਕਦਾ, Cl 'ਤੇ ਹੁੰਦਾ ਨੈਗੇਟਿਵ ਚਾਰਜ, ਵਾਟਰ ਦੇ ਵਿੱਚ ਨੈਗੇਟਿਵ ਕੀ ਹੁੰਦਾ, OH ਨੈਗੇਟਿਵ। ਤਾਂ ਇੱਥੇ ਹੋਊਗਾ ਕਿ Cl ਦੇ ਨਾਲ OH ਜਿਹੜਾ ਉਹ ਰਿਪਲੇਸ ਹੋ ਜੂਗਾ। ਠੀਕ ਹੈ, ਮਤਲਬ Cl ਹਟ ਜੂਗਾ, OH ਲੱਗ ਜੂਗਾ। ਠੀਕ ਹੈ, ਆਹ ਚੀਜ਼ ਹੋਊਗੀ। ਹੁਣ ਜਦੋਂ ਇਹਨਾਂ ਦੀ ਹਾਈਡਰੋਲਿਸਿਸ ਆਪਾਂ ਕਰਦੇ ਹਾਂ ਤਾਂ ਇਹਦੇ ਵਿੱਚ ਹੁੰਦਾ ਕੀ ਹੈ, ਚਾਹੇ ਇਹਦੀ ਹਾਈਡਰੋਲਿਸਿਸ ਕਰ ਲਓ, ਚਾਹੇ ਇਹਦੀ ਹਾਈਡਰੋਲਿਸਿਸ ਕਰ ਲਓ, ਸੇਮ ਪ੍ਰੋਡਕਟ ਬਣਦੇ ਆ। ਠੀਕ ਹੈ, ਚਾਹੇ ਇਹਨੂੰ ਹਾਈਡਰੋਲਿਸਿਸ ਕਰ ਲਓ, ਚਾਹੇ ਇਹਦੀ ਹਾਈਡਰੋਲਿਸਿਸ ਕਰ ਲਓ, ਸੇਮ ਪ੍ਰੋਡਕਟ ਬਣਨਗੇ। ਅਤੇ ਪ੍ਰੋਡਕਟ ਜਿਹੜੇ ਬਣਨਗੇ ਉਹਦੇ ਵਿੱਚ ਇੱਕ ਤਾਂ ਪ੍ਰਾਇਮਰੀ ਐਲਕੋਹਲ ਬਣ ਜੂਗਾ ਜਿਹੜਾ ਕਿ 15% ਬਣੂਗਾ, ਇੱਕ ਟਰਸ਼ਰੀ ਐਲਕੋਹਲ ਬਣੂਗਾ ਜਿਹੜਾ ਕਿ 85% ਬਣੂਗਾ। ਠੀਕ ਹੈ, ਹੁਣ ਇਹ ਬਣਦੇ ਕਿਵੇਂ ਨੇ, ਇਹ ਚੀਜ਼ ਦੇਖਣੀ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਨੂੰ ਪਤਾ ਵੀ ਇਹਦੇ ਵਿੱਚੋਂ ਕੀ ਹੋਊਗਾ, ਕਲੋਰੀਨ ਬਾਹਰ ਨਿਕਲੂਗਾ, ਆਇਨਾਈਜੇਸ਼ਨ ਹੋਊਗੀ। ਆਇਨਾਈਜੇਸ਼ਨ ਜਦੋਂ ਹੋ ਗਈ ਇਹਦੀ, ਤਾਂ ਇੱਥੇ ਬਣਿਆ ਕੀ, CH3CH ਡਬਲ ਬੌਂਡ CH2 CH3। ਠੀਕ ਹੈ, ਇਹਦੀ ਜਦੋਂ ਆਪਾਂ ਆਇਨਾਈਜੇਸ਼ਨ ਕਰਦੇ ਹਾਂ, CH3C ਡਬਲ ਬੌਂਡ CH2 CH3। ਹੁਣ Cl ਹੈ ਜਿਹੜਾ ਉਹ Cl ਨੈਗੇਟਿਵ ਬਾਹਰ ਗਿਆ। ਠੀਕ ਹੈ, ਤਾਂ ਕਾਰਬਨ 'ਤੇ ਕੀ ਆ ਜਾਊਗਾ, ਪੋਜ਼ੀਟਿਵ ਚਾਰਜ। ਇੱਥੇ ਆਹ ਕਾਰਬਨ 'ਤੇ ਆ ਗਿਆ, ਇੱਥੇ ਆਹ ਕਾਰਬਨ 'ਤੇ ਆ ਗਿਆ। ਹੁਣ ਜਦੋਂ ਤੁਸੀਂ ਦੇਖੋਗੇ ਇਹਨੂੰ, ਇਸ ਚੀਜ਼ ਨੂੰ ਧਿਆਨ ਨਾਲ ਦੇਖੋਗੇ, ਠੀਕ ਹੈ, ਤਾਂ ਇਹਦੇ ਵਿੱਚ ਹੋ ਕੀ ਰਿਹਾ ਇਹ ਚੀਜ਼ ਦੇਖੋ। ਆਹ ਦੋਨੇ ਚੀਜ਼ਾਂ ਨੇ, ਇਹ ਆਪਸ ਦੇ ਵਿੱਚ ਰੈਜ਼ੋਨੇਟ ਕਰਦੀਆਂ ਨੇ। ਕਿਵੇਂ ਰੈਜ਼ੋਨੇਟ ਕਰਦੀਆਂ ਨੇ, ਇਹ ਚੀਜ਼ ਆਪਾਂ ਹੁਣ ਜਿਹੜੀ ਹੈ ਉਹ ਦੇਖਣੀ ਆ, ਮੈਂ ਤੁਹਾਨੂੰ ਦਿਖਾਉਣਾ। ਹਾਂਜੀ, ਦੇਖੋ, ਜਿਵੇਂ ਆਪਾਂ ਪਹਿਲੀ ਚੀਜ਼ ਆਹ ਚੀਜ਼ ਡਰੋ ਕਰ ਲਈਏ, CH3 CH ਡਬਲ ਬੌਂਡ CH2। ਹੁਣ ਇੱਥੇ ਆ ਪੋਜ਼ੀਟਿਵ ਚਾਰਜ। ਠੀਕ ਹੈ, ਆਪਾਂ ਨੂੰ ਪਤਾ ਪੋਜ਼ੀਟਿਵ ਚਾਰਜ ਦੇ ਨਾਲ ਵਾਲੀ ਕਾਰਬਨ 'ਤੇ ਜਦੋਂ ਡਬਲ ਬੌਂਡ ਹੋਵੇ ਤਾਂ ਇੱਥੇ ਰੈਜ਼ੋਨੈਂਸ ਹੁੰਦੀ ਆ। ਆਹ ਡਬਲ ਬੌਂਡ ਹੈ ਜਿਹੜਾ, ਇਹ ਕੀ ਹੋਊਗਾ, ਸ਼ਿਫਟ ਹੋ ਕੇ, ਆਹ ਡਬਲ ਬੌਂਡ ਸ਼ਿਫਟ ਹੋ ਕੇ ਇਹਨਾਂ ਦੋਨਾਂ ਕਾਰਬਨਸ ਦੇ ਵਿਚਾਲੇ ਆ ਜਾਊਗਾ। ਠੀਕ ਹੈ, ਹੁਣ ਇੱਥੇ ਹੋਇਆ ਕੀ, ਦੇਖੋ ਧਿਆਨ ਨਾਲ, CH3 ਉਵੇਂ ਰਹਿ ਗਿਆ,
आ सी उवें आ CH3 उवें आ इत्थे सिंगल बॉन्ड सी जिहड़ा वो डबल बन गया CH उवें आ डबल दा सिंगल बन गया। हुण आ कार्बन के 3 बॉन्ड सी इत्थे पॉजिटिव चार्ज सी इस कार्बन के 1 हाइड्रोजन 2 बॉन्ड 3 4 बॉन्ड पूरे आ इस कार्बन के 2 हाइड्रोजन 2 बॉन्ड 4 बॉन्ड पूरे आ। हुण इत्थे आ कार्बन के 1 2 3 4 बॉन्ड पूरे हो गए आ कार्बन के 1 2 3 ते चौथी हाइड्रोजन 4 बॉन्ड पूरे ने इत्थे कार्बन के 2 हाइड्रोजन ते 1 3 बॉन्ड रह गए तो यदा 1 बॉन्ड घट गया तो पॉजिटिव चार्ज कित्थे आ गया इत्थे। ठीक है तो रेजोनेंस जो हुई तो आ चीज़ बन गई। ठीक है आ चीज़ अपने कोल आ पई है। ठीक है सेम ही है ना CH3 CH3 डबल बॉन्ड CH सिंगल बॉन्ड CH2 पॉजिटिव। ठीक है तो आ दोने एक दूसरे नाल रेजोनेट करते हैं। जो ये रेजोनेट करते हैं हुण आपां इत्थे देखना भी इन्हां दे विचों स्टेबल किहड़ा। ठीक है ये स्टेबिलिटी आपां नूं कौन दसूगा क्योंकि पॉजिटिव चार्ज तो की ने कार्बोकटायंस इंटरमीडिएट्स ने ना इन्हें कार्बोकटायंस। हुण कार्बोकटायन किहड़ा ज़्यादा स्टेबल हुंदा इत्थे देखो इत्थे जिहड़ी कार्बन के उपर पॉजिटिव चार्ज है उहदे नाल अगे किन्नियां कार्बनस ने 1 इत्थे जिहड़ी कार्बन के उपर पॉजिटिव चार्ज है उहदे नाल अगे किन्नियां ने 1 2 3 कार्बनस ने तो यह हैगा प्राइमरी ये हैगा टर्शरी। ठीक है तो प्राइमरी आपां नूं पता भी घट स्टेबल हुंदा टर्शरी है जिहड़ा वो ज़्यादा स्टेबल हुंदा क्यों क्योंकि इंडक्टिव इफैक्ट सारियां कार्बनस का इस कार्बन नूं इलैक्ट्रॉन डोनेट करदा तो इहदा पॉजिटिव चार्ज खत्म हो जाता। इत्थे सिर्फ एक ही कार्बन डोनेट करूगी पॉजिटिव चार्ज घट खत्म होगा। ठीक है ये ज़्यादा स्टेबल है ये ज़्यादा अमाउंट दे विच बनूगा ये घट स्टेबल है घट अमाउंट दे विच बनूगा। हुण अगे की होऊगा जदों OH नैगेटिव आउंदा। ठीक है वो की करूगा जिथे पॉजिटिव उत्थे जाके अटैक कर दूगा तो इत्थे ये विच जुड़ जूगा जाके CH3C CH डबल बॉन्ड CH2 CH3OH। ठीक है प्लस इत्थे इस कार्बन नाल जुड़ जूगा। ठीक है हुण ये प्राइमरी एल्कोहल है यह टर्शरी एल्कोहल है ये मेजर क्वांटिटी दे विच बनूगा या फिर कह लो 80% 85% बनूगा क्योंकि ज़्यादा स्टेबल हुंदा आ कार्बोकटायन। ठीक है यदा प्रोडक्ट ज़्यादा बनू आ घट स्टेबल है। ठीक है तो ये चेंज हो जाऊगा यदा प्रोडक्ट घट बनूगा तो ये कितना बनता माइनर या फिर कह लो 15%। ठीक है तो हुण आ इहदा मैकेनिज्म की सीगा भी इन्हां दोनों दे विच पहला आयनाइजेशन हुई कार्बोकटायन बनिया जिहड़े कि रीअरेंज हो गए अदे करके रेजोनेंस करके। हुण टर्शरी ज़्यादा स्टेबल हुंदा तो टर्शरी ज़्यादा अमाउंट दे विच बन गया प्राइमरी घट अमाउंट दे विच रह गया। ठीक है तो ये 85 बन गया 15 बन गया तो जिन्ने ये बन गए उन्ने ही इन्हां दे अगे प्रोडक्ट बन गए। OH ने तो आके सिर्फ जुड़ना है। ठीक है तो रीअरेंजमेंट जिथे हुई आ स्टैप जिहड़ा है ये मेन स्टैप सीगा चाहे आ यूज़ कर लो तो भी 85 15 बनूगा जे तुसीं आ यूज़ करते हो तो भी 85 15 बनूगा। ठीक है तो इदां दा इहदा जिहड़ा मैकेनिज्म सीगा ये तुसीं एग्जांपल्स देणियां ने भी प्रोडक्ट ने जिहड़े हुण आपां इत्थे की दस्सिया भी प्रोडक्ट ने जिहड़े 85 ते 15 बने चाहे तुसीं इहनूं यूज़ कर लो चाहे तुसीं इहनूं यूज़ कर लो 85 15 ही बनता। इदां नहीं हैगा भी जे तुसीं इहनूं यूज़ करोगे तो टर्शरी 85 तो प्राइमरी 15 बनूगा तो जे तुसीं इहनूं यूज़ करोगे क्योंकि ये प्राइमरी है तो प्राइमरी 85 तो टर्शरी 15 बनूगा। इदां नहीं होना चाहे तुसीं इहनूं यूज़ करो चाहे तुसीं इहनूं यूज़ करो जे अलग अलग रिएक्शनस भी करोगे ना दोनों दियां तो ये 85 ही बनूगा हमेशा ये 15 ही बनूगा। ठीक है मान लो तुसीं आ नहीं यूज़ करते प्राइमरी एल्कोहल लैने हो तुसीं सॉरी प्राइमरी क्लोराइड लैने हो तुसीं। ठीक है तो इत्थे की होगा ये तो जो आयनाइजेशन हो जू आ बन जूगा उस तो बाद इन्हें तो रेजोनेट करियो जाना चाहे आ प्रेजेंट है चाहे नहीं है इन्हें रेजोनेट करके आ बन जाना। ठीक है तो ये टर्शरी है ये ज़्यादा स्टेबल होगा आ तो चीज़ अपने को है ही नहीं इनका भुल जाओ। ठीक है तो आ 85 फिर भी 85 बनूगा फिर भी 15 ही बनूगा चाहे तुसीं इहनूं यूज़ करो चाहे तुसीं इहनूं यूज़ करो। ठीक है ये मेन मकसद अपना की सीगा प्रोडक्ट आइडेंटिफिकेशन या प्रोडक्ट एनालिसिस प्रोडक्ट का एनालिसिस करना है प्रोडक्ट किमें बने किस मैकेनिज्म के थ्रू बने। हुण नैक्सट चीज़ है अपने को डिटेक्शन एंड आइसोलेशन ऑफ इंटरमीडिएट्स। हुण सब तो पहली चीज़ है हुण आपां प्रोडक्ट का देख लिया भी प्रोडक्टां तो आपां नूं किन्नी की इन्फॉर्मेशन मिल सकती है। हुण प्रोडक्टां तो आपां नूं की पता लग्या भी किहड़ा इंटरमीडिएट होगा। ठीक है हुण आपां नूं इंटरमीडिएट मान लो भी पता लग गया भी आ इंटरमीडिएट है हुण आपां चैक करना कन्फर्म करना भी ये इंटरमीडिएट यही है प्रेजेंट या नहीं हैगा तो वो आप करन दे लई की कर सकते हैं भी या आप रिएक्शन विच विचाले रोक के इंटरमीडिएट नूं बाहर कढ लांगे उहनूं डिटैक्ट करांगे। ठीक है दूसरी चीज़ इंटरमीडिएट मान लो इत्थे हुण दो केस बनते आ मान लो इंटरमीडिएट इन्ना ज़्यादा घट टाइम लई बनता भी उहनूं आपां रिएक्शन तो बाहर ही नहीं कढ सकते जिवें ही वो बनता उवें ही फरदर अगली जिहड़ी रिएक्शन दे विच यूज़ हो जाता। ठीक है पहला केस। दूसरा केस इंटरमीडिएट है जिहड़ा वो स्टेबल है। ठीक है जदों वो बनिया थोड़े टाइम वास्ते रुकदा
उस तो बाद क्योंकि वो स्टेबल है तो थोड़ा टाइम रुकूगा, उस तो बाद वो अगली रिएक्शन ਦੇ ਵਿੱਚ ਪ੍ਰੋਸੀਡ ਕਰੂਗਾ। ਜਦੋਂ ਉਹ ਥੋੜਾ ਟਾਈਮ ਰੁਕਦਾ ਤਾਂ ਆਪਾਂ ਨੂੰ ਟਾਈਮ ਮਿਲ ਜਾਂਦਾ ਉਹਨੂੰ ਰਿਐਕਸ਼ਨ ਤੋਂ ਬਾਹਰ ਕੱਢਣ ਦਾ, ਵਿਡਰਾਅ ਕਰਨ ਦਾ, ਠੀਕ ਹੈ। ਤਾਂ ਉਸ ਕੇਸ ਦੇ ਵਿੱਚ ਜਦੋਂ ਇੰਟਰਮੀਡੀਏਟ ਬਹੁਤ ਜ਼ਿਆਦਾ ਸਟੇਬਲ ਹੈ ਉਸ ਟਾਈਮ 'ਤੇ ਉਹਨੂੰ ਆਪਾਂ ਰਿਐਕਸ਼ਨ 'ਚੋਂ ਬਾਹਰ ਕੱਢ ਲਾਂਗੇ, ਠੀਕ ਹੈ, ਆਈਸੋਲੇਟ ਕਰ ਲਾਂਗੇ, ਠੀਕ ਹੈ। ਦੋ ਚੀਜ਼ਾਂ ਨੇ, ਡਿਟੈਕਸ਼ਨ ਐਂਡ ਆਈਸੋਲੇਸ਼ਨ। ਉੱਥੇ ਆਪਾਂ ਇੰਟਰਮੀਡੀਏਟ ਨੂੰ ਆਈਸੋਲੇਟ ਕਰ ਲਾਂਗੇ, ਠੀਕ ਹੈ। ਮੰਨ ਲਓ ਇੰਟਰਮੀਡੀਏਟ ਬਹੁਤ ਜ਼ਿਆਦਾ ਲੋ ਮਤਲਬ ਘੱਟ ਟਾਈਮ ਦੇ ਵਾਸਤੇ ਬਣਦਾ, ਠੀਕ ਹੈ, ਬਹੁਤ ਹੀ ਜ਼ਿਆਦਾ ਉਹ ਜਿਹੜਾ ਰਿਐਕਟਿਵ ਹੈ ਘੱਟ ਟਾਈਮ ਵਾਸਤੇ ਬਣਦਾ ਉਹ, ਠੀਕ ਹੈ। ਤਾਂ ਉੱਥੇ ਆਪਣੇ ਕੋਲ ਟਾਈਮ ਹੋਊਗਾ ਹੀ ਨਹੀਂ ਉਹਨੂੰ ਰਿਐਕਸ਼ਨ 'ਚੋਂ ਬਾਹਰ ਕੱਢਣ ਦਾ। ਉੱਥੇ ਆਪਾਂ ਉਹਨੂੰ ਸਿਰਫ ਡਿਟੈਕਟ ਕਰ ਸਕਦੇ ਹਾਂ, ਆਈਸੋਲੇਟ ਨਹੀਂ ਕਰ ਸਕਦੇ, ਠੀਕ ਹੈ। ਡਿਟੈਕਟ ਕਰਨ ਦੇ ਵੀ ਅਲੱਗ-ਅਲੱਗ ਮੈਥਡ ਨੇ। ਤਾਂ ਆਈਸੋਲੇਟ ਉੱਥੇ ਹੀ ਕਰ ਸਕਦੇ ਹਾਂ ਜਿੱਥੇ ਇੰਟਰਮੀਡੀਏਟ ਹੈ ਜਿਹੜਾ ਬਹੁਤ ਹੀ ਜ਼ਿਆਦਾ ਸਟੇਬਲ ਹੁੰਦਾ। ਇਹਦੇ ਕੇਸਿਸ ਬਹੁਤ ਘੱਟ ਹੋਣਗੇ ਵੀ ਇੰਟਰਮੀਡੀਏਟ ਨੂੰ ਤੁਸੀਂ ਆਈਸੋਲੇਟ ਕਰ ਲਓ, ਕਿਉਂਕਿ ਜਿੰਨੇ ਵੀ ਆਪਾਂ ਇੰਟਰਮੀਡੀਏਟ ਪੜ੍ਹੇ ਨੇ ਸਾਰਿਆਂ ਦੇ ਵਿੱਚ ਇਹੀ ਪੜ੍ਹਿਆ, ਠੀਕ ਹੈ। ਸ਼ਾਰਟ ਲਿਵਡ ਅਤੇ ਹਾਈਲੀ ਰਿਐਕਟਿਵ, ਇਹ ਦੋ ਚੀਜ਼ਾਂ ਆਪਾਂ ਸਾਰੇ ਇੰਟਰਮੀਡੀਏਟਸ 'ਚ ਪੜ੍ਹੀਆਂ ਨੇ, ਠੀਕ ਹੈ। ਤਾਂ ਇੰਟਰਮੀਡੀਏਟਸ ਨੂੰ ਆਪਾਂ ਜਨਰਲੀ ਮਤਲਬ ਜ਼ਿਆਦਾਤਰ ਕੇਸਿਸ ਦੇ ਵਿੱਚ ਇੰਟਰਮੀਡੀਏਟਸ ਨੂੰ ਆਪਾਂ ਆਈਸੋਲੇਟ ਨਹੀਂ ਕਰ ਸਕਦੇ। ਕਈ ਕੇਸਿਸ ਕੋਈ ਕੇਸ ਆਪਾਂ ਨੂੰ ਇੱਦਾਂ ਦਾ ਮਿਲ ਜਾਂਦਾ ਜਿੱਥੇ ਆਪਾਂ ਆਈਸੋਲੇਟ ਕਰ ਸਕਦੇ, ਜਿਵੇਂ ਫਾਰ ਐਗਜ਼ਾਮਪਲ ਹੌਫਮੈਨ ਬ੍ਰੋਮੋਮਾਈਡ ਰਿਐਕਸ਼ਨ, ਆਪਾਂ ਇਹ ਸ਼ਾਇਦ ਪਹਿਲਾਂ ਵੀ ਪੜ੍ਹੀ ਸੀ ਨਾਈਟ੍ਰੀਨ ਦੇ ਵਿੱਚ, ਠੀਕ ਹੈ। ਹੌਫਮੈਨ ਬ੍ਰੋਮੋਮਾਈਡ ਰਿਐਕਸ਼ਨ ਦੇ ਵਿੱਚ ਐਨ ਬ੍ਰੋਮਾਮਾਈਡ ਜਿਹੜਾ ਇੰਟਰਮੀਡੀਏਟ ਬਣਦਾ, ਐਨ ਬ੍ਰੋਮਾਮਾਈਡ, ਉਹ ਇੰਨਾ ਜ਼ਿਆਦਾ ਸਟੇਬਲ ਹੁੰਦਾ ਵੀ ਆਪਾਂ ਇਹਨੂੰ ਰਿਐਕਸ਼ਨ 'ਚੋਂ ਬਾਹਰ ਕੱਢ ਕੇ ਇਹਨੂੰ ਡਿਟੈਕਟ ਕਰ ਸਕਦੇ ਹਾਂ, ਠੀਕ ਹੈ। ਆਈਸੋਲੇਟ ਆਪਾਂ ਇਹਨੂੰ ਕਰ ਸਕਦੇ ਹਾਂ, ਠੀਕ ਹੈ। ਜੇ ਆਪਾਂ ਪੂਰੀ ਰਿਐਕਸ਼ਨ ਹੁੰਦੀ ਆ ਵੈਸੇ ਇਹ ਤੁਹਾਨੂੰ ਯਾਦ, ਜੇ ਤੁਹਾਨੂੰ ਆ ਜਾਂਦੀ ਹੈ ਡਿਟੈਕਸ਼ਨ ਆਫ ਆਈਸੋਲੇਸ਼ਨ ਜਾਂ ਆਈਸੋਲੇਸ਼ਨ ਆਫ ਇੰਟਰਮੀਡੀਏਟ, ਤਾਂ ਤੁਹਾਨੂੰ ਇਹ ਰਿਐਕਸ਼ਨ ਯਾਦ ਕਰਨੀ ਪਊਗੀ, ਠੀਕ ਹੈ। ਜੇ ਪੇਪਰ ਦੇ ਵਿੱਚ ਇਹ ਵੈਸੇ ਆਉਣ ਦੇ ਚਾਂਸਿਸ ਹੈਗੇ ਨੇ ਇਹਨਾਂ ਟੌਪਿਕਸ ਦੇ ਵਿੱਚੋਂ, ਜ਼ਿਆਦਾਤਰ ਪੇਪਰ ਜਿਹੜਾ ਹੈ ਇਹਨਾਂ ਟੌਪਿਕਸ ਦੇ ਵਿੱਚੋਂ ਆਉਂਦਾ, ਕਿਉਂਕਿ ਪਿਛਲਾ ਸਾਰਾ ਇਹ ਟੌਪਿਕ ਕਵਰ ਕਰ ਲੈਂਦੇ ਨੇ, ਠੀਕ ਹੈ। ਸਾਰੀਆਂ ਚੀਜ਼ਾਂ ਇੱਥੇ ਪਤਾ ਲੱਗ ਜਾਂਦੀਆਂ ਨੇ ਵੀ ਬੱਚੇ ਨੂੰ ਆਉਂਦੀਆਂ ਜਾਂ ਨਹੀਂ ਆਉਂਦੀਆਂ, ਤਾਂ ਜ਼ਿਆਦਾਤਰ ਆਹੀ ਚੀਜ਼ਾਂ ਪੇਪਰ ਦੇ ਵਿੱਚ ਆਉਂਦੀਆਂ ਨੇ, ਠੀਕ ਹੈ। ਇਹ ਚੀਜ਼ਾਂ ਕਰਨ ਦੇ ਲਈ ਤੁਹਾਨੂੰ ਪਿਛਲਾ ਸਾਰਾ ਪੜ੍ਹਨਾ ਪਊਗਾ। ਤਾਂ ਮਤਲਬ ਤੁਸੀਂ ਜੇ ਪਿਛਲਾ ਪੜ੍ਹੋਗੇ ਤਾਂ ਤੁਸੀਂ ਇਹ ਚੀਜ਼ ਕਰ ਸਕਦੇ ਹੋ, ਠੀਕ ਹੈ। ਅਤੇ ਜਿਵੇਂ ਮੈਥ ਦੇ ਵਿੱਚ ਹੁੰਦਾ ਵਾਈਸ ਵਰਸਾ, ਠੀਕ ਹੈ, ਇਫ ਐਂਡ ਓਨਲੀ ਇਫ, ਜੇ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਆ ਆਊਗਾ, ਜੇ ਤੁਸੀਂ ਆ ਪੜ੍ਹਨਾ ਤਾਂ ਤੁਹਾਨੂੰ ਉਹ ਪੜ੍ਹਨਾ ਪਊਗਾ, ਠੀਕ ਹੈ। IFF ਪਾਉਂਦੇ ਹੁੰਦੇ ਆਪਾਂ ਮੈਥ ਦੇ ਵਿੱਚ, ਇਫ ਐਂਡ ਓਨਲੀ ਇਫ, ਉਹਦਾ ਇਹੀ ਮਤਲਬ ਹੁੰਦਾ ਨੈਸੈਸਰੀ ਐਂਡ ਸਫੀਸ਼ੀਐਂਟ ਕੰਡੀਸ਼ਨ, ਠੀਕ ਹੈ। ਤਾਂ ਆਹ ਰਿਐਕਸ਼ਨ ਜਿਹੜੀ ਹੈ ਤੁਹਾਨੂੰ ਯਾਦ ਕਰਨੀ ਪਊਗੀ। ਤਿੰਨ ਚੀਜ਼ਾਂ ਹੀ ਨੇ, ਠੀਕ ਹੈ। ਅਮਾਈਡ ਹੈ ਜਿਹੜਾ ਉਹਦੇ ਵਿੱਚੋਂ CO ਗਰੁੱਪ ਹਟ ਜਾਂਦਾ, ਅਮੀਨ ਬਣ ਜਾਂਦਾ, K2CO3 ਦੇ ਤੌਰ 'ਤੇ ਉਹ ਨਿਕਲ ਜਾਂਦਾ ਜਿਹੜਾ ਹੁੰਦਾ, ਠੀਕ ਹੈ। ਹੁਣ ਉਸ ਤੋਂ ਬਾਅਦ ਹੈ ਆਪਣੇ ਕੋਲ ਡਿਟੈਕਸ਼ਨ। ਹੁਣ ਆਪਾਂ ਆਈਸੋਲੇਟ ਤਾਂ ਕਰ ਲਿਆ, ਤਾਂ ਆਪਾਂ ਡਿਟੈਕਟ ਈਜ਼ਲੀ ਕਰ ਲਾਂਗੇ। ਮੰਨ ਲਓ ਆਪਾਂ ਆਈਸੋਲੇਟ ਨਹੀਂ ਕਰ ਸਕਦੇ, ਫਿਰ ਆਪਾਂ ਕੀ ਕਰਾਂਗੇ, ਸਿਰਫ ਡਿਟੈਕਟ ਹੀ ਕਰਾਂਗੇ। ਡਿਟੈਕਟ ਕਰਨ ਦੇ ਲਈ ਆਪਣੇ ਕੋਲ ਕਿਹੜੇ ਹੁੰਦੇ ਨੇਗੇ ਮੈਥਡਸ, ਉਹਦੇ ਡਿਟੈਕਟ ਕਰਨ ਲਈ ਆਪਾਂ ਜ਼ਿਆਦਾਤਰ ਸਪੈਕਟੋਸਕੋਪਿਕ ਟੈਕਨੀਕਸ ਯੂਜ਼ ਕਰਦੇ ਹਾਂ। ਉਹ ਤੁਹਾਨੂੰ 3rd ਈਅਰ ਦੇ ਵਿੱਚ ਆਉਣਗੀਆਂ, ਇੰਨੀ ਡਿਟੇਲ ਦੇ ਵਿੱਚ ਤੁਸੀਂ ਨਹੀਂ ਪੜ੍ਹਨੀਆਂ, ਬਸ ਨਾਮ ਯਾਦ ਰੱਖਿਓ, NMR, ESR, ਇਲੈਕਟ੍ਰੋਨਿਕ ਸਪੈਕਟਰਾ, ਰਾਮਨ ਵਗੈਰਾ ਵਗੈਰਾ, ਠੀਕ ਹੈ। ਹੁਣ ਇਹਦੇ ਵਿੱਚ ਹੁੰਦਾ ਕੀ ਆ, ਫ੍ਰੀ ਰੈਡੀਕਲਸ ਨੇ ਜਿਹੜੇ ਆਪਾਂ ESR ਦੇ ਨਾਲ, ESR ਹੁੰਦੀ ਹੈ ਜਿਹੜੀ ਇਲੈਕਟ੍ਰੋਨ ਇੱਕ ਮਿੰਟ, ESR, ਹਾਂ ESR ਹੈ ਜਿਹੜੀ ਉਹ ਹੁੰਦੀ ਆ ਆਪਣੇ ਕੋਲ ਇਲੈਕਟ੍ਰੋਨ ਸਪੈਕਟੋਸਕੋਪੀ ਹੁੰਦੀ ਹੈ, ਠੀਕ ਹੈ, ਰੈਜ਼ੋਨੇਟਿੰਗ ਸਪੈਕਟੋਸਕੋਪੀ ਹੁੰਦੀ ਆ। ਅਤੇ ਇਹਦੇ ਵਿੱਚ ਹੁੰਦਾ ਕਿ ਆਪਾਂ ਜਿਹੜੇ ਔਡ ਇਲੈਕਟ੍ਰੋਨਸ ਹੁੰਦੇ ਆ ਉਹਨਾਂ ਨੂੰ ਆਪਾਂ ਜਿਹੜੇ ਸਟੱਡੀ ਕਰ ਸਕਦੇ ਹਾਂ, ਠੀਕ ਹੈ। ਇਸੇ ਤਰ੍ਹਾਂ ਹੀ ਜਿਹੜਾ NO2 ਪੋਜ਼ੀਟਿਵ ਹੈ ਉਹਨੂੰ ਆਪਾਂ ਰਮਨ ਸਪੈਕਟਰ ਨਾਲ ਸਟੱਡੀ ਕਰ ਸਕਦੇ ਹਾਂ। NMR ਦੇ ਵਿੱਚ ਆਪਾਂ ਜ਼ਿਆਦਾਤਰ ਹਾਈਡਰੋਜਨ ਸਟੱਡੀ ਕਰਦੇ ਹਾਂ, ਠੀਕ ਹੈ, ਕਾਰਬਨਸ ਸਟੱਡੀ ਕਰਦੇ ਹਾਂ, ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਇਲੈਕਟ੍ਰੋਨਿਕ ਸਪੈਕਟਰਸ ਦੇ ਵਿੱਚ ਆਪਾਂ ਇਲੈਕਟ੍ਰੋਨਸ ਦਾ ਮੋਸ਼ਨ ਸਟੱਡੀ ਕਰਦੇ ਹਾਂ, ਠੀਕ ਹੈ। UV ਸਪੈਕਟੋਸਕੋਪੀ ਆ ਜਾਂਦੀ ਹੈ ਇਹਦੇ ਵਿੱਚ। ਹੁਣ ਉਸ ਤੋਂ ਬਾਅਦ ਕਈ ਵਾਰੀ ਕੀ ਹੁੰਦਾ, ਆਪਾਂ ਇੰਨੇ ਕੁ ਘੱਟ ਟਾਈਮ ਵਾਸਤੇ ਬਣਦੇ ਨੇ ਇੰਟਰਮੀਡੀਏਟਸ ਵੀ, ਆਪਾਂ ਉਹਨਾਂ ਨੂੰ ਡਿਟੈਕਟ ਕਰਨ ਦੇ ਲਈ ਉਹਨਾਂ ਨੂੰ ਰੋਕਣਾ ਪੈਂਦਾ, ਵਿੱਚ ਵਿਚਾਲੇ ਰਿਐਕਸ਼ਨ ਦੇ ਰੋਕਣਾ ਪੈਂਦਾ, ਠੀਕ ਹੈ। ਪਰ ਆਈਸੋਲੇਟ ਆਪਾਂ ਉਹਨਾਂ ਨੂੰ ਫਿਰ ਵੀ ਨਹੀਂ ਕਰ ਸਕਦੇ। ਉਹ ਰੋਕਣ ਦੇ ਲਈ ਉਹਨਾਂ ਨੂੰ ਕੀ ਕਹਿੰਦੇ ਹੁੰਦੇ, ਜਿੱਦਾਂ ਕਹਿ ਲਓ ਵੀ ਟਰੈਪਿੰਗ ਦੀ ਟੈਕਨੀਕ ਯੂਜ਼ ਕਰਦੇ ਹਾਂ। ਟਰੈਪ ਹੁੰਦਾ ਜਾਲ ਵਿਛਾਉਣਾ, ਠੀਕ ਹੈ, ਮਤਲਬ ਜਾਲ ਵਿਛਾਓ, ਉਹਦੇ ਵਿੱਚ ਇੰਟਰਮੀਡੀਏਟ ਜਦੋਂ ਬਣਿਆ ਜਾਲ ਦੇ ਵਿੱਚ ਫਸ ਜੂਗਾ। ਜਦੋਂ ਜਾਲ ਦੇ ਵਿੱਚ ਫਸ ਗਿਆ ਉਹਨੂੰ ਆਪਾਂ ਡਿਟੈਕਟ ਕਿਸੇ ਵੀ NMR ਦੇ ਨਾਲ ਜਾਂ ESR ਨਾਲ ਜਾਂ ਫਿਰ ਕਿਸੇ ਵੀ ਰਮਨ ਸਪੈਕਟੋਸਕੋਪੀ ਦੇ ਨਾਲ ਉਹਨੂੰ ਆਪਾਂ ਡਿਟੈਕਟ ਕਰ ਸਕਦੇ ਹਾਂ, ਠੀਕ ਹੈ। ਅਤੇ ਟਰੈਪਿੰਗ ਦੇ ਅਲੱਗ-ਅਲੱਗ ਮੈਥਡਸ ਨੇ, ਅਲੱਗ-ਅਲੱਗ ਇੰਟਰਮੀਡੀਏਟਸ ਦੇ ਕਿਹੜੇ ਮੈਥਡ ਨੇ ਉਹ ਆਪਾਂ ਹੁਣ ਦੇਖਣੇ ਆ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਕਾਰਬੀਨ ਨੂੰ ਜਦੋਂ ਆਪਾਂ ਨੂੰ ਪਤਾ ਵੀ ਕਾਰਬਨ ਦੇ 2 ਬੌਂਡ ਬਣੇ ਹੋਏ ਹੁੰਦੇ ਆ, ਉਹਨੇ 2 ਹੋਰ ਬਣਾਉਣੇ ਹੁੰਦੇ ਆ, ਠੀਕ ਹੈ। ਤਾਂ ਕਾਰਬੀਨ ਕੀ ਕਰੂਗਾ, ਕਾਰਬੀਨ ਨੂੰ ਆਪਾਂ ਹੈਕਸੀਨ ਮਤਲਬ ਇੱਕ ਡਬਲ ਬੌਂਡ, ਸਾਈਕਲੋਹੈਕਸੀਨ ਮਤਲਬ 6 ਮੈਂਬਰਡ ਕਾਰਬਨ ਰਿੰਗ ਹੋਵੇ, ਉਹਦੇ ਵਿੱਚ ਇੱਕ ਡਬਲ ਬੌਂਡ ਹੋਵੇ, ਉਹਦੇ ਨਾਲ ਆਪਾਂ ਟਰੈਪ ਕਰ ਸਕਦੇ ਹਾਂ। ਜਦੋਂ ਇਹਦੇ ਨਾਲ ਰਿਐਕਟ ਕਰਦਾ ਇਹ, ਤਾਂ ਆਹ ਚੀਜ਼ ਬਣ ਜਾਂਦੀ ਆ, ਮਤਲਬ ਇਹਦਾ ਜਿਹੜਾ ਬੌਂਡ ਹੈ ਉਹ ਟੁੱਟ ਕੇ ਕਾਰਬਨ ਨਾਲ ਬੌਂਡ ਬਣਾ ਲੈਂਦਾ। 2 ਇਲੈਕਟ੍ਰੋਨ ਇਹਦੇ ਹੋ ਗਏ, 2 ਇਹਦੇ ਹੋ ਗਏ, 4 ਇਲੈਕਟ੍ਰੋਨ, 2 ਬੌਂਡ ਬਣ ਜਾਂਦੇ ਆ ਕਾਰਬਨ ਦੇ, ਠੀਕ ਹੈ।
ਤਾਂ ਹੁਣ ਜਿਹੜੇ ਇਹ ਬੌਂਡ ਬਣਾਏ ਇਹਦੇ ਨਾਲ ਆਹ ਚੀਜ਼ ਬਣ ਗਈ। ਹੁਣ ਇਹਦਾ ਨਾਮ ਸਮਝੋ ਬਾਈਸਾਈਕਲੋ 410 ਹੈਪਟੇਨ। ਇਹਦਾ ਨਾਮ ਹੈ ਜਿਹੜਾ ਉਹ ਆਪਾਂ ਕਿਵੇਂ ਦੇਖਾਂਗੇ। ਇੱਦਾਂ ਮੈਂ ਇਹਨੂੰ ਦੁਬਾਰੇ ਡਰॉ ਕਰ ਰਿਹਾ, ਠੀਕ ਹੈ। ਮੈਂ ਕਾਰਬਨ ਨਹੀਂ ਬਣਾ ਰਿਹਾ, ਠੀਕ ਹੈ। ਇੱਦਾਂ ਹੀ ਸਿਰਫ ਇੱਕ ਪੀਕ ਜੀ ਬਣਾ ਰਿਹਾ, ਆ ਕਾਰਬਨ ਨਹੀਂ ਬਣਾਈ ਹੈਗੀ ਮੈਂ। ਹੁਣ ਇਹਦੇ ਵਿੱਚ ਦੇਖੋ ਤੁਸੀਂ ਜੇ ਧਿਆਨ ਨਾਲ ਦੇਖੋਗੇ ਇੱਕ ਸਾਈਕਲ, ਠੀਕ ਹੈ, ਇੱਕ ਸਾਈਕਲ ਬਣਦਾ ਨਾ, ਪੂਰਾ ਸਰਕਲ ਬਣ ਗਿਆ, ਪੂਰਾ ਰਿੰਗ ਮਤਲਬ ਕਲੋਜ਼ਡ ਰਿੰਗ ਬਣ ਗਈ। ਉਸ ਤੋਂ ਬਾਅਦ ਆ ਦੂਸਰਾ ਸਾਈਕਲ, ਤਾਂ 2 ਸਾਈਕਲ ਬਣ ਗਏ। ਤਾਂ ਇਹਨੂੰ ਆਪਾਂ ਕੀ ਕਹਾਂਗੇ, ਬਾਈਸਾਈਕਲੋ, ਇਹਦੇ ਨਾਮ ਦੇ ਵਿੱਚ ਲੱਗੂਗਾ। ਉਸ ਤੋਂ ਬਾਅਦ ਵੱਡਾ ਸਾਈਕਲ ਹੈ ਜਿਹੜਾ, ਉਹਦੇ ਵਿੱਚ ਦੇਖੋ ਕਿੰਨੀਆਂ ਕਾਰਬਨਸ ਨੇ, ਆਹ ਨਹੀਂ ਗਿਣਨੀਆਂ ਜਿਹੜੀਆਂ ਦੋਨਾਂ ਸਰਕਲਸ ਦੇ ਵਿੱਚ ਆ ਗਈਆਂ ਨਾ, ਉਹ ਨਹੀਂ ਗਿਣਨੀਆਂ ਆਪਾਂ। ਉਸ ਤੋਂ ਬਿਨਾਂ ਕਿੰਨੀਆਂ ਰਹਿ ਗਈਆਂ, 1 2 3 4, ਠੀਕ ਹੈ, 4। ਫਿਰ ਡਾਟ ਪਾਉਣਾ, ਕੋਮਾ ਨਹੀਂ ਪਾਉਣਾ, ਡਾਟ ਪਾਉਣਾ। ਉਸ ਤੋਂ ਬਾਅਦ ਛੋਟੇ ਦੇ ਵਿੱਚ 1 ਹੈ ਤਾਂ 1 ਫਿਰ ਡਾਟ ਪਾਉਣਾ। ਤੀਸਰਾ ਜਿਹੜਾ ਅੱਖਰ ਆਊਗਾ ਉਹ ਜ਼ਿਆਦਾਤਰ 0 ਹੀ ਹੁੰਦਾ। ਉਹ ਕਿਹਨੂੰ ਡੋਨੇਟ ਕਰਦਾ, ਉਹ ਡੋਨੇਟ ਕਰਦਾ ਵੀ ਜੇ ਜਿਹੜਾ ਆਪਣਾ ਬ੍ਰਿਜ ਬਣਦਾ ਇੱਕ ਤਰੀਕੇ ਦਾ, ਜਾਂ ਜਿਹੜੀ ਦੋਨਾਂ ਰਿੰਗਸ ਦੇ ਵਿੱਚ ਆ ਗਈ, ਕਾਮਨ ਆ ਗਈ, ਉੱਥੇ ਕਿੰਨੀਆਂ ਕਾਰਬਨਸ ਨੇ, ਉੱਥੇ ਸਿਰਫ ਆਹ 2 ਕਾਰਬਨਸ ਨੇ, ਵਿੱਚ ਵਿਚਾਲੇ ਇਹਨਾਂ ਦੇ ਕੋਈ ਕਾਰਬਨ ਨਹੀਂ ਹੈਗੀ, ਤਾਂ ਇੱਥੇ ਆਪਾਂ ਕੀ ਪਾਵਾਂਗੇ, 0, ਠੀਕ ਹੈ। ਉਸ ਤੋਂ ਬਾਅਦ ਟੋਟਲ ਕਾਰਬਨਸ ਕਿੰਨੀਆਂ ਨੇ, 6 ਇਹਦੀਆਂ, ਆਹ ਰਿੰਗ ਦੀਆਂ, ਇੱਕ ਆ 7ਵੀਂ। ਹੁਣ ਜਦੋਂ ਟੋਟਲ ਕਾਰਬਨਸ ਗਿਣਨੀਆਂ ਤਾਂ ਸਾਰੀਆਂ ਗਿਣਨੀਆਂ, ਆ ਵੀ ਗਿਣਨੀਆਂ ਨੇ, ਬ੍ਰਿਜ ਵਾਲੀਆਂ ਨਹੀਂ ਛੱਡਣੀਆਂ। 1 2 3 4 5 6 ਤੇ 1 7, 7 ਵਾਸਤੇ ਕੀ ਹੁੰਦਾ, ਹੈਪਟੇਨ। ਇਹਦੀ ਨੇਮਿੰਗ ਵੈਸੇ ਤੁਹਾਨੂੰ 3rd ਈਅਰ ਦੇ ਵਿੱਚ ਆਊਗੀ, ਪਰ ਕਿਉਂਕਿ ਇੱਥੇ ਆਪਾਂ ਐਗਜ਼ਾਮਪਲ ਯੂਜ਼ ਕਰਤੀ ਆ ਤਾਂ ਤੁਹਾਨੂੰ ਨੇਮਿੰਗ ਜਿਹੜੀ ਹੈ ਉਹ ਸਮਝਾਉਣੀ ਪਈ, ਠੀਕ ਹੈ। ਤਾਂ ਇਹ ਚੀਜ਼ ਯਾਦ ਰੱਖਿਓ, ਜੇ ਤੁਹਾਨੂੰ ਲੱਗਦਾ ਵੀ ਹਾਂ ਤੁਹਾਨੂੰ ਯਾਦ ਰੱਖਣ ਦੀ ਲੋੜ ਹੈ ਤਾਂ ਯਾਦ ਰੱਖ ਲਿਓ, ਨਹੀਂ ਐਜ਼ ਇਟ ਇਜ਼ ਇਹਨੂੰ ਛੱਡ ਦਿਓ, ਠੀਕ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲ ਸੈਕਿੰਡ ਜਿਹੜੀ ਚੀਜ਼ ਹੈ, ਬੈਂਜ਼ਾਈਨ। ਬੈਂਜ਼ਾਈਨ ਹੈ ਜਿਹੜਾ, ਉਹਨੂੰ ਆਪਾਂ ਟਰੈਪ ਕਰ ਸਕਦੇ ਹਾਂ ਐਂਥਰਾਸੀਨ ਦੇ ਨਾਲ। 3 ਬੈਂਜ਼ੀਨ ਰਿੰਗਸ ਜੁੜੀਆਂ ਵੀਆਂ ਹੋਣ, ਠੀਕ ਹੈ, ਜਦੋਂ, ਅਤੇ ਉਸ ਟਾਈਮ 'ਤੇ ਉਸਨੂੰ ਕੀ ਕਹਿੰਦੇ ਆਪਾਂ, ਐਂਥਰਾਸੀਨ, ਠੀਕ ਹੈ। ਇਹਦੇ ਵਿੱਚ 1 2 3 4 5 6 7 7 ਦੂਣੀ 14 ਜਿਹੜੇ ਪਾਈ ਇਲੈਕਟ੍ਰੋਨਸ ਜਿਹੜੇ ਆ ਉਹ ਹੁੰਦੇ ਆ, ਠੀਕ ਹੈ। ਤਾਂ 14 ਪਾਈ ਇਲੈਕਟ੍ਰੋਨਸ ਵਾਲਾ ਐਂਥਰਾਸੀਨ, ਉਹਦੇ ਨਾਲ ਜਦੋਂ ਬੈਂਜ਼ਾਈਨ ਨੂੰ ਰਿਐਕਟ ਕਰਵਾਵਾਂਗੇ ਤਾਂ ਆਪਣੇ ਕੋਲ ਟ੍ਰਿਪਟੀਸੀਨ ਬਣ ਜੂ, ਆਹ ਚੀਜ਼ ਬਣੂਗੀ। ਹੁਣ ਇਹ ਬਣੀ ਕਿਵੇਂ, ਇਹ ਦੇਖੋ ਧਿਆਨ ਨਾਲ, ਆ ਰਿੰਗ ਅਤੇ ਆ ਰਿੰਗ, ਇਹ ਦੋਨੇ ਰਿੰਗਸ ਆਈ ਰਹਿ ਗਈਆਂ, ਇੱਕ ਆ ਪਈ ਆ, ਇੱਕ ਆ ਪਈ ਆ। ਜਿਹੜੀ ਆਹ ਰਿੰਗ ਆ ਵਿਚਲੀ, ਇਹਦੇ ਦੋਨੇ ਆਹ ਬੌਂਡ ਟੁੱਟ ਗਏ। ਇੱਕ ਬੌਂਡ ਹੈ ਜਿਹੜਾ ਇਸ ਰਿੰਗ ਦੇ ਵਿੱਚ ਸ਼ਿਫਟ ਹੋ ਗਿਆ, ਆ ਪਿਆ, ਠੀਕ ਹੈ। ਆਹ ਰਿੰਗ ਤਾਂ ਐਜ਼ ਇਟ ਇਜ਼ ਆ ਪਈ ਆ। ਜਿਹੜਾ ਆਹ ਦੂਸਰਾ ਬੌਂਡ ਸੀਗਾ ਇਹਦਾ, ਇਹ ਬੌਂਡ ਟੁੱਟ ਕੇ, ਠੀਕ ਹੈ, 2 ਇਲੈਕਟ੍ਰੋਨ ਇਹਦੇ ਹੋ ਗਏ, 2 ਤਾਂ ਆਹ ਇਲੈਕਟ੍ਰੋਨ ਆਹ ਬੌਂਡ ਦੇ ਇਹਦੇ ਵਿੱਚ ਸ਼ਿਫਟ ਹੋ ਗਏ, ਠੀਕ ਹੈ। ਤਾਂ ਇੱਥੋਂ ਆਹ ਡਬਲ ਬੌਂਡ ਹਟ ਗਿਆ। ਜਿਹੜਾ ਆਹ ਸੀਗਾ ਇਹਨੇ ਕੀ ਕੀਤਾ, 2 ਇਲੈਕਟ੍ਰੋਨ ਆ ਪਏ, 2 ਇਲੈਕਟ੍ਰੋਨ ਆਹ ਬੌਂਡ ਦੇ ਹੋ ਗਏ, ਆਹ 2 ਬੌਂਡ ਬਣ ਗਏ, ਠੀਕ ਹੈ। ਜਦੋਂ ਧਿਆਨ ਨਾਲ ਦੇਖੋਗੇ, ਆਹ ਬੈਂਜ਼ੀਨ ਅਤੇ ਆਹ ਬੈਂਜ਼ੀਨ ਰਿੰਗ ਆ ਪਈਆਂ ਨੇ, ਠੀਕ ਹੈ। ਆਹ ਇੱਕ ਕਾਰਬਨ ਆਈ ਬਣਦੀਆਂ ਨੇ ਪੀਕ, ਇੱਕ ਆ ਬਣਦੀ ਆ, ਤਾਂ ਇੱਕ ਆ ਬਣ ਗਈ, ਇੱਕ ਆ ਬਣ ਗਈ। ਤਾਂ ਆਹ ਜਿਹੜੀ ਹੈ ਇਹ ਐਂਥਰਾਸੀਨ ਰਿੰਗ ਹੈ ਨੀਚੇ ਵਾਲੀ। ਹੁਣ ਆਹ ਜਿਹੜੇ 2 ਬੌਂਡ ਬਣੇ, ਇੱਕ ਆਹਦੇ ਕਰਕੇ ਬਣੇ, ਇੱਕ ਇਹਨੇ ਬਣਾਇਆ, ਇੱਕ ਆਹ ਬੌਂਡ ਹੈ ਜਿਹੜਾ ਟ੍ਰਿਪਲ ਵਾਲਾ, ਇਹਨੇ ਬਣਾਇਆ। ਤਾਂ ਇੱਥੋਂ ਆਹ ਚੀਜ਼ ਬਣ ਗਈ, ਇਹ ਬਣ ਗਿਆ ਆਪਣਾ ਟ੍ਰਿਪਟੀਸੀਨ, ਇਹਦਾ ਨਾਮ ਹੈ ਟ੍ਰਿਪਟੀਸੀਨ, ਠੀਕ ਹੈ। ਬੈਂਜ਼ਾਈਨ ਨੂੰ, ਟ੍ਰਿਪਟੀਸੀਨ ਨੂੰ ਆਪਾਂ ਈਜ਼ੀਲੀ ਡਿਟੈਕਟ ਕਰ ਸਕਦੇ ਹਾਂ NMR ਦੇ ਨਾਲ, ਠੀਕ ਹੈ। ਫ੍ਰੀ ਰੈਡੀਕਲਸ ਨੇ ਜਿਹੜੇ, ਉਸ ਤੋਂ ਬਾਅਦ ਫ੍ਰੀ ਰੈਡੀਕਲਸ ਕਿਉਂਕਿ ਔਡ ਇਲੈਕਟ੍ਰੋਨਸ ਹੁੰਦੇ ਆ, ਆਪਾਂ ਫ੍ਰੀ ਰੈਡੀਕਲਸ ਨੂੰ ਸਟੇਬਲ ਕਰਨਾ, ਸਿਰਫ ਡਿਟੈਕਟ ਆਪਾਂ ਇਹਨਾਂ ਨੂੰ ESR ਦੇ ਨਾਲ ਹੀ ਕਰਾਂਗੇ। ਸਟੇਬਲ ਕਰਨ ਦੇ ਲਈ ਆਪਾਂ ਕੀ ਕਰਨਾ, ਨਾਈਟਰੋ ਕੰਪਾਊਂਡ। ਕਿਤੇ ਵੀ ਨਾ ਤੁਹਾਨੂੰ ਜੇ ਲੋੜ ਪਵੇ ਅੱਗੇ ਵਾਸਤੇ ਹਮੇਸ਼ਾ ਯਾਦ ਰੱਖਿਓ, ਜੇ ਤੁਸੀਂ ਔਡ ਇਲੈਕਟ੍ਰੋਨ ਨੂੰ ਨਾ ਲੋਕੇਟ ਕਰਨਾ ਤਾਂ ਤੁਸੀਂ NO ਯੂਜ਼ ਕਰੋਗੇ। ਕਿਉਂ, ਕਿਉਂਕਿ ਨਾਈਟ੍ਰੋਜਨ ਦੇ ਵਿੱਚ 7 ਇਲੈਕਟ੍ਰੋਨ ਹੁੰਦੇ ਆ, ਆਕਸੀਜਨ ਦੇ ਵਿੱਚ ਕਿੰਨੇ ਹੁੰਦੇ ਆ, 8 8 7 ਕਿੰਨੇ ਬਣੇ, 15, ਠੀਕ ਹੈ। 14 ਜਿਹੜੇ ਪੇਅਰ ਹੋ ਜਾਣਗੇ, 1 ਇਲੈਕਟ੍ਰੋਨ ਇਹਦੇ ਵਿੱਚ ਔਡ ਰਹਿ ਜਾਊਗਾ, ਠੀਕ ਹੈ। ਤਾਂ ਇਹਦੇ ਵਿੱਚ 1 ਇਲੈਕਟ੍ਰੋਨ ਔਡ ਇਲੈਕਟ੍ਰੋਨ ਹੁੰਦਾ, ਪਹਿਲਾਂ ਹੀ ਹੁੰਦਾ, ਠੀਕ ਹੈ। ਜਿੱਥੇ ਵੀ ਫ੍ਰੀ ਰੈਡੀਕਲ ਡਿਟੈਕਟ ਕਰਨਾ, ਆਹ ਹਮੇਸ਼ਾ ਯੂਜ਼ ਹੋਊਗੀ, ਇਹ ਚੀਜ਼ ਯਾਦ ਰੱਖਿਓ, ਠੀਕ ਹੈ। ਤਾਂ ਹੁਣ ਜਦੋਂ RNO ਨਾਲ ਇਹਨੂੰ ਰਿਐਕਟ ਕਰਵਾਵਾਂਗੇ ਤਾਂ ਇਹ ਸਟੇਬਲ R-NO ਡਾਟ, ਠੀਕ ਹੈ। ਇੱਦਾਂ ਦਾ ਸਟੇਬਲ ਸਪੀਸੀਸ ਫ੍ਰੀ ਰੈਡੀਕਲ ਬਣ ਜੂਗਾ, ਠੀਕ ਹੈ। R ਡਾਟ ਪਲੱਸ R-N ਡਬਲ ਬੌਂਡ O, R-R-N ਸਿੰਗਲ ਬੌਂਡ O ਡਾਟ, ਠੀਕ ਹੈ। ਇਹ ਸਟੇਬਲ ਰੈਡੀਕਲ ਬਣ ਗਿਆ, ਇਹਨੂੰ ਆਪਾਂ ਈਜ਼ੀਲੀ ESR ਦੇ ਨਾਲ ਜਾਂ EPR ਜਾਂ EMR ਕੁਛ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ, ਉਹਦੇ ਨਾਲ ਡਿਟੈਕਟ ਕਰ ਸਕਦੇ ਹਾਂ। ਉਸ ਤੋਂ ਬਾਅਦ ਕਾਰਬੋਕੇਟਾਇਨਸ ਤੇ ਆਪਾਂ ਨੂੰ ਪਤਾ ਵੀ ਹੁੰਦਾ ਪੋਜ਼ੀਟਿਵ ਚਾਰਜ, ਤਾਂ ਪੋਜ਼ੀਟਿਵ ਚਾਰਜ ਨੂੰ ਆਪਾਂ ਕਿਹਦੇ ਨਾਲ ਸਟੇਬਲਾਈਜ਼ ਕਰ ਸਕਦੇ ਹਾਂ, ਨੈਗੇਟਿਵ ਨਾਲ, ਠੀਕ ਹੈ। ਨੈਗੇਟਿਵ ਚਾਰਜ ਕਿਤੇ ਹੁੰਦਾ, ਨਿਊਕਲੀਓਫਾਈਲਸ 'ਤੇ। ਤਾਂ ਆਪਾਂ ਕਿਸੇ ਵੀ ਨਿਊਕਲੀਓਫਾਈਲ ਨਾਲ ਕਿਸੇ ਵੀ ਕਾਰਬੋਕੇਟਾਇਨ ਨੂੰ ਟਰੈਪ ਕਰਕੇ, ਠੀਕ ਹੈ, ਉਹਨੂੰ ਇੱਕ ਮੋਲੀਕਿਊਲ ਉਹਦਾ ਬਣਾ ਲਾਂਗੇ, ਉਹਨੂੰ ਈਜ਼ੀਲੀ ਆਪਾਂ ਸਟੱਡੀ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਆਹ ਹੈ ਕਾਰਬੋਕੇਟਾਇਨ, ਕਾਰਬਨ 'ਤੇ ਹੈ ਪੋਜ਼ੀਟਿਵ ਚਾਰਜ, I 'ਤੇ ਹੁੰਦਾ ਨੈਗੇਟਿਵ ਚਾਰਜ, ਆਇਓਡਾਈਡ, ਬ੍ਰੋਮਾਈਡ, ਆ ਮਿਥੋਕਸਾਈਡ ਹੋ ਗਿਆ, ਆ ਕਿਹੜਾ ਹੋ ਗਿਆ, ਨਾਈਟ੍ਰੇਟ ਆਇਨ ਹੋ ਗਿਆ, ਠੀਕ ਹੈ। ਕਿਸੇ ਵੀ ਆਪਾਂ ਨੈਗੇਟਿਵ ਚਾਰਜ ਵਾਲੇ ਸਪੀਸੀਸ ਨਾਲ ਜਾਂ ਫਿਰ ਕਹਿ ਲਓ ਨਿਊਕਲੀਓਫਾਈਲ ਨਾਲ ਇਹਨੂੰ
ਜਿਹੜਾ ਟਰੈਪ ਕਰ ਸਕਦੇ ਹਾਂ ਕਾਰਬੋਕੇਟਾਇਨ ਨੂੰ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਆਪਣੇ ਕੋਲੇ ਆ ਜਾਂਦਾ ਟੌਪਿਕ ਨੈਕਸਟ ਹੈ ਆਪਣੇ ਕੋਲੇ ਆਈਸੋਟੋਪਿਕ ਲੇਬਲਿੰਗ। ਬਹੁਤ ਇੰਪੋਰਟੈਂਟ ਟੌਪਿਕ ਹੈ, ਜ਼ਿਆਦਾਤਰ ਪੇਪਰਸ ਦੇ ਵਿੱਚ ਆਈਸੋਟੋਪਿਕ ਲੇਬਲਿੰਗ ਹੀ ਆਉਂਦੀ ਹੈ ਅਤੇ ਅੱਗੇ ਵੀ ਜਿੱਥੇ ਤੱਕ ਤੁਸੀਂ ਆਰਗੈਨਿਕ ਪੜ੍ਹੋਗੇ ਇਹ ਜਿਹੜੀ ਹੈ ਆਈਸੋਟੋਪਿਕ ਲੇਬਲਿੰਗ ਟੈਕਨੀਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਤੇ ਮੈਕੈਨਿਜ਼ਮਸ ਨੂੰ ਜਸਟੀਫਾਈ ਕਰਨ ਦੇ ਲਈ ਇਹ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਆਈਸੋਟੋਪਿਕ ਨਾਮ ਸਮਝੋ ਪਹਿਲਾਂ ਤਾਂ ਆਈਸੋਟੋਪਿਕ ਲੇਬਲਿੰਗ। ਆਈਸੋਟੋਪ ਨੂੰ ਆਪਾਂ ਯੂਜ਼ ਕਰਨਾ, ਲੇਬਲ ਕਰਨਾ ਕੀ ਹੁੰਦਾ ਉਹਨੂੰ ਮੈਂਸ਼ਨ ਕਰਨਾ, ਠੀਕ ਹੈ। ਜਿਵੇਂ ਆਪਾਂ ਕਹਿੰਦੇ ਹਾਂ ਮੇਕ ਏ ਕਲੀਨ ਐਂਡ ਨੀਟ ਡਾਇਗਰਾਮ ਐਂਡ ਲੇਬਲ ਆਲ ਦਾ ਪਾਰਟਸ। ਲੇਬਲ ਹੁੰਦਾ ਵੀ ਜਿਹੜੇ ਪਾਰਟ ਤੁਸੀਂ ਬਣਾਏ ਉਹਨਾਂ ਨੂੰ ਨਾਮ ਦਿਓ, ਠੀਕ ਹੈ। ਆਈਸੋਟੋਪਿਕ ਲੇਬਲਿੰਗ ਦਾ ਮਤਲਬ ਕੀ ਹੁੰਦਾ ਵੀ ਪਹਿਲਾਂ ਇੱਕ ਆਪਾਂ ਆਈਸੋਟੋਪ ਯੂਜ਼ ਕਰਨਾ ਅਤੇ ਉਹਨੂੰ ਲੇਬਲ ਕਰਕੇ ਰੱਖਣਾ, ਮਤਲਬ ਉਹਦਾ ਲਿਖ ਕੇ ਰੱਖਣਾ ਵੀ ਇਹ ਆਪਾਂ ਆਈਸੋਟੋਪ ਯੂਜ਼ ਕੀਤਾ, ਇਹ ਅਲੱਗ ਚੀਜ਼ ਹੈ ਪਹਿਲਾਂ ਵਾਲੇ ਨਾਲੋਂ। ਤਾਂ ਹੁਣ ਆਈਸੋਟੋਪ ਕੀ ਹੁੰਦੇ ਨੇ, ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਇਹ ਪਤਾ ਹੋਣਾ ਚਾਹੀਦਾ। ਆਈਸੋਟੋਪ ਹੁੰਦੇ ਨੇ ਇੱਕ ਹੀ ਐਟਮ ਦੇ ਇੱਕ ਹੀ ਐਲੀਮੈਂਟ ਦੇ ਇਹੋ ਜਿਹੇ ਐਟਮਸ ਜਿਨ੍ਹਾਂ ਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਸੇਮ ਹੋਣ, ਠੀਕ ਹੈ। ਨੰਬਰ ਆਫ ਪ੍ਰੋਟੋਨਸ ਵੀ ਸੇਮ ਹੁੰਦੇ ਆ ਪਰ ਨੰਬਰ ਆਫ ਨਿਊਟਰੋਨਸ ਆ ਜਿਹੜੇ ਉਹ ਡਿਫਰੈਂਟ ਹੁੰਦੇ ਆ। ਤਾਂ ਉਹਦੇ ਕਰਕੇ ਹੁੰਦਾ ਕੀ ਆ, ਇਲੈਕਟ੍ਰੋਨਸ ਸੇਮ ਰਹਿ ਜਾਂਦੇ ਆ ਪਰ ਨਿਊਟਰੋਨਸ ਅਤੇ ਪ੍ਰੋਟੋਨਸ ਮਿਲ ਕੇ ਕੀ ਬਣਾਉਂਦੇ ਨੇ, ਮਾਸ ਨੰਬਰ। ਅਤੇ ਜਿਹੜਾ ਉਹਦਾ ਮਾਸ ਨੰਬਰ ਹੈ ਉਹ ਡਿਫਰੈਂਟ ਹੁੰਦਾ, ਠੀਕ ਹੈ। ਇਹੋ ਜਿਹੇ ਐਟਮਸ ਇੱਕ ਐਲੀਮੈਂਟ ਦੇ ਜਿਨ੍ਹਾਂ ਦਾ ਸੇਮ ਅਟੋਮਿਕ ਨੰਬਰ ਹੁੰਦਾ ਬਟ ਡਿਫਰੈਂਟ ਮਾਸ ਨੰਬਰ ਹੁੰਦਾ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਆਈਸੋਟੋਪਸ, ਠੀਕ ਹੈ। ਆਪਾਂ ਕੀ ਕਰਾਂਗੇ, ਜਿਵੇਂ ਹੁਣ ਹਾਈਡਰੋਜਨ ਦੇ ਆਪਾਂ ਨੂੰ ਪਤਾ ਕਿੰਨੇ ਹੁੰਦੇ ਨੇ, 3 ਹੁੰਦੇ ਆ ਹਾਈਡਰੋਜਨ ਸਿੰਪਲ ਕਹਿ ਲਓ ਜਾਂ ਪ੍ਰੋਟੀਅਮ, ਡਿਊਟੀਰੀਅਮ ਅਤੇ ਟ੍ਰੀਟੀਅਮ, ਠੀਕ ਹੈ। ਡਿਊਟੀਰੀਅਮ ਦਾ 2 ਮਾਸ ਹੁੰਦਾ, ਟ੍ਰੀਟੀਅਮ ਦਾ 3 ਮਾਸ ਹੁੰਦਾ। ਟ੍ਰੀਟੀਅਮ ਰੇਡੀਓ ਐਕਟਿਵ ਹੁੰਦਾ, ਠੀਕ ਹੈ। ਡਿਊਟੀਰੀਅਮ ਇਸ ਲਈ ਆਪਾਂ ਜ਼ਿਆਦਾਤਰ ਯੂਜ਼ ਕਰਦੇ ਹਾਂ ਇਸ ਰਿਐਕਸ਼ਨ ਦੇ ਵਿੱਚ। ਇਸੇ ਤਰ੍ਹਾਂ ਹੀ ਨਾਈਟ੍ਰੋਜਨ ਦੇ ਆਪਾਂ ਨੂੰ ਪਤਾ 3 ਹੁੰਦੇ ਨੇ, ਠੀਕ ਹੈ। 14, 15 ਅਤੇ 16। ਇਸੇ ਤਰ੍ਹਾਂ ਹੀ ਆਕਸੀਜਨ ਦੇ ਹੁੰਦੇ ਆ, ਠੀਕ ਹੈ, 16 ਅਤੇ 18, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ, ਹੁਣ ਇਹਦੇ ਵਿੱਚ ਆਪਾਂ ਯੂਜ਼ ਇਵੇਂ ਕਰ ਸਕਦੇ ਹਾਂ ਆਈਸੋਟੋਪਿਕ ਸਟੱਡੀ ਦੇ ਵਿੱਚ, ਕਿਉਂਕਿ ਸੇਮ ਨੰਬਰ ਆਫ ਇਲੈਕਟ੍ਰੋਨਸ ਹੁੰਦੇ ਆ ਤਾਂ ਰਿਐਕਸ਼ਨ ਦੇ ਵਿੱਚ ਇਲੈਕਟ੍ਰੋਨਸ ਹੀ ਸਿਰਫ ਇੱਧਰ ਉੱਧਰ ਹੁੰਦੇ ਆ, ਠੀਕ ਹੈ। ਤਾਂ ਇਲੈਕਟ੍ਰੋਨਸ ਸੇਮ ਰਹਿ ਗਏ ਜਦੋਂ, ਕਿਉਂਕਿ ਤਾਂ ਰਿਐਕਸ਼ਨ ਹੈ ਜਿਹੜੀ ਉਹ ਸੇਮ ਤਰੀਕੇ ਦੇ ਨਾਲ ਪ੍ਰੋਸੀਡ ਕਰੂਗੀ। ਪਰ ਜੇ ਆਪਾਂ ਉਹਨੂੰ ਡਿਟੈਕਟ ਕਰਾਂਗੇ ਉਹਦਾ ਮਾਸ ਨੰਬਰ ਡਿਟੈਕਟ ਹੋਊਗਾ, ਠੀਕ ਹੈ। ਤਾਂ ਉੱਥੋਂ ਆਪਾਂ ਨੂੰ ਪਤਾ ਲੱਗ ਜੂਗਾ ਵੀ ਹਾਂ ਮਾਸ ਨੰਬਰ ਆ ਡਿਫਰੈਂਟ ਵਾਲਾ ਇੱਧਰ ਪਿਆ, ਇਹਨੂੰ ਇੱਥੇ ਹੋਣਾ ਚਾਹੀਦਾ ਸੀ ਪਰ ਇਹ ਇੱਥੇ ਰਹਿ ਕੇ ਇੱਥੇ ਨਹੀਂ ਰਹਿ ਕੇ ਦੂਸਰੀ ਪੋਜੀਸ਼ਨ 'ਤੇ ਚਲਾ ਗਿਆ, ਠੀਕ ਹੈ। ਆਪਾਂ ਨੂੰ ਪਤਾ ਲੱਗ ਜੂ ਵੀ ਕਿਹੜਾ ਜਿਹੜਾ ਐਟਮ ਹੈ ਉਹ ਮੂਵ ਕਰ ਰਿਹਾ ਇੱਕ ਪੋਜੀਸ਼ਨ ਤੋਂ ਦੂਸਰੀ ਪੋਜੀਸ਼ਨ 'ਤੇ। ਹੁਣ ਇਹਦੀ ਜਿਹੜੀ ਐਗਜ਼ਾਮਪਲ ਹੈ ਉਹ ਇਹ ਹੈ ਵੀ ਆਪਾਂ ਆਕਸੀਜਨ ਨੂੰ ਆਪਾਂ ਉਹਦਾ ਆਈਸੋਟੋਪ ਯੂਜ਼ ਕਰਦੇ ਹਾਂ। 16 ਆਕਸੀਜਨ ਦੀ ਥਾਂ 'ਤੇ 18 ਆਕਸੀਜਨ ਯੂਜ਼ ਕਰਦੇ ਹਾਂ ਆਪਾਂ ਕਿੱਥੇ, ਜਦੋਂ ਐਸਿਡ ਅਤੇ ਐਲਕੋਹਲ ਮਿਲ ਕੇ ਐਸਟਰ ਅਤੇ ਵਾਟਰ ਬਣਾਉਂਦੇ ਨੇ, ਠੀਕ ਹੈ। ਉਸ ਟਾਈਮ 'ਤੇ ਆਪਾਂ ਨੂੰ ਕੀ ਕਨਫਿਊਜ਼ਨ ਹੁੰਦੀ ਆ, ਇੱਕ ਆਕਸੀਜਨ ਹੁਣ ਇਹਦਾ OH ਬੌਂਡ ਅਤੇ ਇਹਦਾ OH ਬੌਂਡ ਦੋਨੇ ਇਨਵੋਲਵ ਹੁੰਦੇ ਆ, ਠੀਕ ਹੈ। ਤਾਂ ਹੁਣ ਜਿਹੜੀ ਇਹਦੇ ਵਿੱਚੋਂ OH ਅਤੇ ਇਹਦਾ OH ਦੋਨੇ ਮਿਲ ਕੇ ਵਾਟਰ ਬਾਹਰ ਕੱਢ ਦਿੰਦੇ ਆ, ਠੀਕ ਹੈ। ਇੱਕ ਆਕਸੀਜਨ ਰਹਿ ਜਾਂਦੀ ਆ ਉਹ ਐਸਟਰ ਦੇ ਵਿੱਚ ਚਲੀ ਜਾਂਦੀ ਆ। ਹੁਣ ਆਪਾਂ ਨੂੰ ਕੀ ਪਤਾ ਵੀ ਕਿਹੜੀ ਇਹਦੀ ਆਕਸੀਜਨ ਐਸਟਰ 'ਚ ਗਈ ਆ ਜਾਂ ਇਹਦੀ ਆਕਸੀਜਨ ਐਸਟਰ 'ਚ ਗਈ ਆ। ਇਹ ਚੀਜ਼ ਪਤਾ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਜਿਹੜੀ ਐਲਕੋਹਲ ਹੈ ਉਹਦੀ ਆਕਸੀਜਨ ਨੂੰ ਆਪਾਂ 18 ਆਕਸੀਜਨ ਯੂਜ਼ ਕਰ ਲੈਂਦੇ ਹਾਂ, ਠੀਕ ਹੈ। ਮਤਲਬ ਇਹਦਾ ਆਈਸੋਟੋਪ ਯੂਜ਼ ਕੀਤਾ ਅਤੇ ਇਹਨੂੰ ਲੇਬਲ ਵੀ ਕਰਤਾ ਵੀ ਇਹ 18 ਵਾਲੀ ਹੈ, 16 ਵਾਲੀ ਨਹੀਂ ਹੈਗੀ, ਠੀਕ ਹੈ। ਤਾਂ ਆਈਸੋਟੋਪਿਕ ਲੈਬਲਿੰਗ ਆਪਾਂ ਐਲਕੋਹਲ ਦੀ ਕਰਤੀ। ਉਸ ਤੋਂ ਬਾਅਦ ਜਦੋਂ ਇਹਦੀ ਆਈਸੋਟੋਪਿਕ ਲੈਬਲਿੰਗ ਕੀਤੀ, ਰਿਐਕਸ਼ਨ ਹੋਈ ਤਾਂ ਪਤਾ ਲੱਗਿਆ ਵੀ ਜਿਹੜੀ ਲੇਬਲਡ ਆਕਸੀਜਨ ਸੀਗੀ ਉਹ ਐਸਟਰ ਦੇ ਵਿੱਚ ਆ ਗਈ, ਜਿਹੜੀ ਅਨਲੇਬਲਡ ਸੀਗੀ ਉਹ ਵਾਟਰ ਬਣ ਕੇ ਬਾਹਰ ਨਿਕਲ ਗਈ, ਠੀਕ ਹੈ। ਤਾਂ ਮਤਲਬ ਕੀ ਹੋਇਆ ਵੀ ਜਦੋਂ ਸਟੈਰੀਫਿਕੇਸ਼ਨ ਰਿਐਕਸ਼ਨ ਹੁੰਦੀ ਹੈ, ਐਲਕੋਹਲ ਅਤੇ ਐਸਿਡ ਐਡ ਹੁੰਦੇ ਨੇ, ਉਸ ਟਾਈਮ 'ਤੇ ਐਸਿਡ ਦਾ OH ਗਰੁੱਪ ਹੈ ਜਿਹੜਾ ਉਹ ਵਾਟਰ ਬਣ ਕੇ ਬਾਹਰ ਨਿਕਲ ਜਾਂਦਾ ਅਤੇ ਲੈ ਜਾਂਦਾ ਹਾਈਡਰੋਜਨ ਐਲਕੋਹਲ ਦੀ, ਅਤੇ ਐਲਕੋਹਲ ਦੀ ਆਕਸੀਜਨ ਐਸਿਡ 'ਤੇ ਅਟੈਕ ਕਰਕੇ ਇੱਥੇ ਮਤਲਬ ਚਲੀ ਜਾਂਦੀ ਹੈ, ਠੀਕ ਹੈ। ਨੈਕਸਟ ਜਿਹੜਾ ਹੈ ਆਪਣਾ ਈਥਰ ਉਹਦੇ ਉੱਪਰ ਚਲੀ ਜਾਂਦੀ ਹੈ, ਠੀਕ ਹੈ, ਐਸਟਰ ਦੇ ਵਿੱਚ ਚਲੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਲੇਬਲ ਇਹ ਚੀਜ਼ ਹੋ ਗਈ ਆਪਣੀ, ਠੀਕ ਹੈ। ਇਹ ਆਪਣਾ ਕਨਫਰਮ ਹੋ ਗਿਆ ਵੀ ਐਸਿਡ ਅਤੇ ਐਲਕੋਹਲ ਦੇ ਵਿੱਚੋਂ ਜਿਹੜੀ ਐਲਕੋਹਲ ਹੈ ਉਹਦੀ ਆਕਸੀਜਨ ਹੈ ਜਿਹੜੀ ਉਹ ਇਹਦੇ ਵਿੱਚ ਗਈ, ਇਹਦੀ ਆਕਸੀਜਨ ਵਾਟਰ ਬਣ ਕੇ ਬਾਹਰ ਨਿਕਲ ਗਈ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਆਈਸੋਟੋਪਿਕ ਲੇਬਲਿੰਗ ਹੈ ਜਿਹੜੀ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਬੈਂਜ਼ਾਈਨ ਮੈਕੈਨਿਜ਼ਮ ਹੁੰਦਾ ਆਪਣੇ ਕੋਲ, ਠੀਕ ਹੈ। ਬੈਂਜ਼ਾਈਨ ਆਪਾਂ ਪੜ੍ਹਿਆ ਵੀ ਬੈਂਜ਼ਾਈਨ ਕਿਵੇਂ ਬਣਦਾ, ਜਦੋਂ ਆਹ ਚੀਜ਼ ਸੇਮ ਐਗਜ਼ਾਮਪਲ ਸ਼ਾਇਦ ਆਪਾਂ ਪੜ੍ਹੀ ਸੀ ਉੱਥੇ, ਠੀਕ ਹੈ। NH2 ਨੇ ਕੀ ਕੀਤਾ, ਆ ਕੇ ਹਾਈਡਰੋਜਨ 'ਤੇ ਅਟੈਕ ਕੀਤਾ, ਹਾਈਡਰੋਜਨ ਦੇ ਇਲੈਕਟ੍ਰੋਨਸ ਇੱਥੇ ਚਲੇ ਗਏ, ਠੀਕ ਹੈ। ਇਹ ਬੈਂਜ਼ਾਈਨ ਬਣ ਗਿਆ। ਉਸ ਤੋਂ ਬਾਅਦ ਇਸ ਕਾਰਬਨ ਦੇ ਬੌਂਡ ਪੂਰੇ ਹੋ ਗਏ ਤਾਂ ਆ ਕਲੋਰੀਨ ਜਿਹੜਾ ਹੈ Cl ਨੈਗੇਟਿਵ ਬਣ ਕੇ ਬਾਹਰ ਨਿਕਲ ਗਿਆ, NH3 ਬਾਹਰ ਨਿਕਲ ਗਿਆ, Cl ਨੈਗੇਟਿਵ ਬਾਹਰ ਨਿਕਲ ਗਿਆ, ਠੀਕ ਹੈ।
ਉਸ ਤੋਂ ਬਾਅਦ ਹੋਇਆ ਕਿ ਬੈਂਜ਼ਾਈਨ ਬਣ ਗਿਆ। ਹੁਣ ਜਿਹੜਾ NH2 ਆ ਰਿਹਾ ਹੋਰ ਦੂਸਰਾ NH2 ਉਹ ਇੱਥੇ ਵੀ ਅਟੈਕ ਕਰ ਸਕਦਾ, ਇਸ ਕਾਰਬਨ ਦੇ ਉੱਪਰ ਵੀ ਅਟੈਕ ਕਰ ਸਕਦਾ, ਠੀਕ ਹੈ। ਤਾਂ ਉਹਦੇ ਵਾਸਤੇ ਤਾਂ ਪੋਸੀਬਲ, ਕਿਉਂਕਿ ਟ੍ਰਿਪਲ ਬੌਂਡ ਹੈ ਜਿਹੜਾ ਦੋਨੇ ਕਾਰਬਨਸ ਦੇ ਉੱਪਰ ਹੈ, ਇਸ ਕਾਰਬਨ 'ਤੇ ਵੀ ਅਟੈਕ ਹੋ ਸਕਦਾ, ਇਸ 'ਤੇ ਵੀ ਅਟੈਕ ਹੋ ਸਕਦਾ। ਜੇ ਇਸ 'ਤੇ ਅਟੈਕ ਹੁੰਦਾ ਤਾਂ ਸਟਾਰ ਵਾਲੀ ਕਾਰਬਨ, ਮਤਲਬ ਇੱਥੇ ਆਪਾਂ ਕੀ ਕਰਦੇ ਹਾਂ, ਕਾਰਬਨ 14 ਯੂਜ਼ ਕਰ ਲੈਂਦੇ ਹਾਂ ਕਾਰਬਨ 12 ਦੀ ਥਾਂ 'ਤੇ, ਠੀਕ ਹੈ। ਇਸ ਥਾਂ 'ਤੇ ਸਿਰਫ ਇਸ ਪੋਜੀਸ਼ਨ ਦੇ ਉੱਪਰ ਕਾਰਬਨ 14 ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ NH2 ਜਿਹੜਾ ਉਹਦੇ ਵਿੱਚ ਕੀ ਹੁੰਦਾ, ਦੋਨੇ ਜਿਹੜੇ ਇਕੁਅਲ ਅਮਾਊਂਟ ਦੇ ਵਿੱਚ ਬਣਦੇ ਆ, 50% ਆ ਬਣਦਾ, 50% ਆ ਬਣਦਾ। ਪਰ ਜੇ ਆਹ ਕਾਰਬਨ ਲੈਬਲਡ ਨਾ ਹੋਵੇ, ਇੱਥੇ ਆਪਾਂ ਨਾ ਯੂਜ਼ ਕਰੀਏ ਲੈਬਲਿੰਗ ਵਾਲੀ ਕਾਰਬਨ, ਤਾਂ ਸਿਰਫ ਇੱਕੋ ਹੀ ਪ੍ਰੋਡਕਟ ਬਣੂਗਾ। ਕਿਉਂ? ਕਿਉਂਕਿ ਇੱਥੇ ਕਾਰਬਨ 14 ਹੈ, ਇੱਥੇ ਕਾਰਬਨ 12 ਹੈ, ਠੀਕ ਹੈ। ਤਾਂ ਇੱਥੇ ਡਿਫਰੈਂਟ ਬਣਦੇ। ਜੇ ਇਹ ਵੀ 12 ਹੋਵੇ, ਆ ਵੀ 12 ਹੋਵੇ, ਤਾਂ ਆ ਦੋਨੇ ਸੇਮ ਹੀ ਰਹਿ ਜਾਣਗੇ, ਠੀਕ ਹੈ। ਤਾਂ 50% ਆ ਬਣਦਾ, 50% ਆ ਬਣਦਾ, ਜਿਸ ਤੋਂ ਕਿ ਜਸਟੀਫਾਈ ਹੋ ਜਾਂਦਾ ਜਿਹੜਾ NH2 ਹੈ ਦੋਨਾਂ ਕਾਰਬਨਸ ਤੋਂ ਕਿਸੇ ਵੀ ਕਾਰਬਨ ਦੇ ਉੱਪਰ ਜਿਹੜਾ ਅਟੈਕ ਕਰ ਸਕਦਾ, ਉਹ ਬਰਾਬਰ ਅਟੈਕ ਕਰਦਾ, ਜਿੰਨੇ ਵਾਰੀ ਉਹ 'ਤੇ ਕਰਦਾ ਉਨੀ ਵਾਰੀ ਦੂਸਰੀ ਕਾਰਬਨ ਦੇ ਉੱਪਰ ਕਰਦਾ, ਠੀਕ ਹੈ। ਨੈਕਸਟ ਹੈ ਆਪਣੇ ਕੋਲ ਕਾਈਨੈਟਿਕ ਸਟੱਡੀਜ਼। ਹੁਣ ਕਾਈਨੈਟਿਕ ਹੁੰਦਾ ਗਾ ਮੋਸ਼ਨ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਸਟੈਟਿਕ ਅਤੇ ਕਾਈਨੈਟਿਕ, ਠੀਕ ਹੈ। ਸਟੈਟਿਕ ਹੁੰਦਾ ਜਿਹੜਾ ਖੜਾ ਹੋਵੇ, ਕਾਈਨੈਟਿਕ ਹੁੰਦਾ ਜਿਹੜਾ ਮੋਸ਼ਨ ਦੇ ਵਿੱਚ ਹੋਵੇ, ਠੀਕ ਹੈ। ਤਾਂ ਮੋਸ਼ਨ ਦੇ ਵਿੱਚ ਸਟੱਡੀਜ਼, ਹੁਣ ਕੋਈ ਵੀ ਰਿਐਕਸ਼ਨ ਹੈ ਜਿਹੜੀ, ਜਦੋਂ ਰਿਐਕਸ਼ਨ ਪ੍ਰੋਸੀਡ ਹੁੰਦੀ ਆ ਤਾਂ ਉਹਦਾ ਆਪਾਂ ਰੇਟ ਕੱਢਦੇ ਹਾਂ, ਠੀਕ ਹੈ। ਕੈਮੀਕਲ ਕਾਈਨੈਟਿਕਸ ਤੁਸੀਂ ਸੁਣਿਆ ਹੀ ਹੋਊਗਾ, ਫਿਜ਼ੀਕਲ ਕੈਮਿਸਟਰੀ ਦਾ ਵੈਸੇ ਤਾਂ ਟੌਪਿਕ ਹੈ ਇਹ, ਕੈਮੀਕਲ ਕਾਈਨੈਟਿਕਸ, ਠੀਕ ਹੈ। ਰਿਐਕਸ਼ਨ ਦੀ ਕਿਸੇ ਵੀ ਰਿਐਕਸ਼ਨ ਦੀ ਸਪੀਡ ਵਗੈਰਾ ਨਾਲ ਜਿਹੜੀ ਚੀਜ਼ ਆਪਾਂ ਡੀਲ ਕਰਦੇ ਹਾਂ, ਉਹਦੀ ਸਟੱਡੀ ਕਰਦੇ ਹਾਂ, ਉਸਨੂੰ ਆਪਾਂ ਕਹਿ ਦਿੰਦੇ ਹਾਂ ਕੈਮੀਕਲ ਕਾਈਨੈਟਿਕਸ, ਠੀਕ ਹੈ। ਇਹ ਜਿਹੜੀਆਂ ਸਾਰੀ ਸਟੱਡੀਜ਼ ਹੁੰਦੀਆਂ ਨੇ ਕਾਈਨੈਟਿਕ ਸਟੱਡੀਜ਼ ਦੇ ਵਿੱਚ ਆਉਂਦੀਆਂ ਨੇ। ਮਤਲਬ ਰੇਟ ਹੈ ਕਿਸੇ ਵੀ ਰਿਐਕਸ਼ਨ ਦਾ, ਉਹ ਕਿੰਨਾ ਵੱਧ ਹੈ, ਕਿੰਨਾ ਘੱਟ ਹੈ, ਕਿਸੇ ਚੀਜ਼ ਨਾਲ ਰਿਐਕਟ 'ਤੇ ਕਿੰਨਾ ਇਫੈਕਟ ਪੈਂਦਾ, ਉਹ ਸਾਰੀਆਂ ਚੀਜ਼ਾਂ ਕੈਮੀਕਲ ਕਾਈਨੈਟਿਕ ਸਟੱਡੀਜ਼ ਦੇ ਵਿੱਚ ਆ ਜਾਂਦੀਆਂ ਨੇ, ਠੀਕ ਹੈ। ਤਾਂ ਕਾਈਨੈਟਿਕ ਸਟੱਡੀ ਦੇ ਵਿੱਚ ਹੁਣ ਆਪਾਂ ਕੀ ਦੇਖਣਾ, ਹੁਣ ਜਿਹੜੀ ਤਾਂ ਮੰਨ ਲਓ ਰਿਐਕਸ਼ਨ ਹੈ, ਸਿੰਗਲ ਸਟੈਪ ਰਿਐਕਸ਼ਨ ਹੈ, ਉਹਦੇ ਵਿੱਚ ਤਾਂ ਆਪਾਂ ਨੂੰ ਪਤਾ ਵੀ ਇੱਕ ਸਟੈਪ ਦੇ ਵਿੱਚ ਰਿਐਕਸ਼ਨ ਹੋ ਰਹੀ ਹੈ, ਪ੍ਰੋਡਕਟ ਤੋਂ ਰਿਐਕਟੈਂਟ ਬਣਨ ਦੇ ਲਈ ਜਿੰਨਾ ਟਾਈਮ ਲੱਗਿਆ, ਠੀਕ ਹੈ, ਉਹ ਜਿਹੜਾ ਟਾਈਮ ਹੈ ਉਹ ਹੋ ਗਿਆ ਉਹਦਾ ਰੇਟ, ਠੀਕ ਹੈ। ਕਿੰਨੇ ਟਾਈਮ ਦੇ ਵਿੱਚ ਕਿੰਨੀ ਕੰਸਨਟ੍ਰੇਸ਼ਨ ਕਿੰਨੇ ਟਾਈਮ ਦੇ ਵਿੱਚ ਜਿਹੜੀ ਕੰਜ਼ਿਊਮ ਹੋਈ, ਉਹ ਤਾਂ ਆਪਾਂ ਰੇਟ ਉਹਦਾ ਕੈਲਕੂਲੇਟ ਕਰ ਲਾਂਗੇ, ਠੀਕ ਹੈ। ਉਹ ਤਾਂ ਹੋ ਗਈ ਸਿੰਗਲ ਸਟੈਪ ਰਿਐਕਸ਼ਨ। ਹੁਣ ਜਦੋਂ ਇੱਕ ਰਿਐਕਸ਼ਨ ਹੈ ਜਿਹੜੀ ਮਲਟੀ ਸਟੈਪ ਦੇ ਵਿੱਚ ਹੋ ਰਹੀ ਹੈ, ਮਤਲਬ ਇੱਕ ਤੋਂ ਵੱਧ ਸਟੈਪਸ ਦੇ ਵਿੱਚ ਜਿਹੜੀ ਰਿਐਕਸ਼ਨ ਹੈ ਉਹ ਹੋ ਰਹੀ ਹੈ, ਉਸ ਟਾਈਮ 'ਤੇ ਕੀ ਹੋਊਗਾ ਆਪਣੇ ਨਾਲ, ਉਸ ਟਾਈਮ 'ਤੇ ਹੋਊਗਾ ਇਹ ਵੀ ਪਹਿਲਾਂ ਦਾ ਇੱਕ ਸਟੈਪ ਹੋਊਗਾ ਰਿਐਕਸ਼ਨ ਦਾ, ਠੀਕ ਹੈ। ਫਿਰ ਰਿਐਕਸ਼ਨ ਦਾ ਦੂਸਰਾ ਸਟੈਪ ਹੋਊਗਾ, ਠੀਕ ਹੈ। ਉਹਨਾਂ ਦੇ ਵਿੱਚੋਂ ਹੋਊਗਾ ਕਿ ਮੰਨ ਲਓ ਇੱਕ A ਹੈ, ਉਹ B ਦੇ ਵਿੱਚ ਚੇਂਜ ਹੋ ਰਿਹਾ, ਜਿਹੜਾ ਅੱਗੇ B ਹੈ ਉਹ ਫਰਦਰ C ਦੇ ਵਿੱਚ ਚੇਂਜ ਹੋ ਰਿਹਾ। ਆਹ ਸਟੈਪ ਸਲੋ ਹੈ, ਆਹ ਸਟੈਪ ਫਾਸਟ ਹੈ, ਠੀਕ ਹੈ। ਇੱਕ ਰਿਐਕਸ਼ਨ ਹੈ, ਇਹ ਸਿੱਧਾ C 'ਚ ਕਨਵਰਟ ਹੋ ਰਿਹਾ ਹੈ, ਇਹਦੇ ਵਿੱਚ ਕੋਈ ਸਟੈਪ ਨਹੀਂ ਹੈਗਾ, ਠੀਕ ਹੈ। ਸਿੰਪਲ ਇਹਦਾ ਰੇਟ ਆਪਾਂ ਕੀ ਕੱਢਾਂਗੇ, ਕਿੰਨਾ ਟਾਈਮ ਲੱਗਿਆ ਅਤੇ ਕਿੰਨੀ ਇਹਦੀ ਕੰਸਨਟ੍ਰੇਸ਼ਨ ਸੀ, ਕੰਸਨਟ੍ਰੇਸ਼ਨ ਡਿਵਾਈਡਡ ਬਾਈ ਟਾਈਮ ਇਜ਼ ਇਕੁਅਲ ਟੂ ਰੇਟ, ਠੀਕ ਹੈ। ਉੱਥੋਂ ਆ ਗਿਆ। ਹੁਣ ਪਹਿਲਾਂ A B ਦੇ ਵਿੱਚ ਚੇਂਜ ਹੁੰਦਾ, ਫਿਰ B C ਦੇ ਵਿੱਚ ਚੇਂਜ ਹੁੰਦਾ। ਆਹ ਰਿਐਕਸ਼ਨ ਫਾਸਟ ਹੈ, ਆਹ ਰਿਐਕਸ਼ਨ ਸਲੋ ਹੈ। ਹੁਣ ਇਸ ਚੀਜ਼ ਨੂੰ ਸਮਝੋ ਵੀ ਆਪਾਂ ਹਮੇਸ਼ਾ ਪੜ੍ਹਦੇ ਹਾਂ ਨਾ ਵੀ ਸਲੋ ਸਟੈਪ ਹੈ ਜਿਹੜਾ ਉਹ ਰੇਟ ਡਿਟਰਮਾਈਨਿੰਗ ਸਟੈਪ ਹੁੰਦਾ। ਇਹਦਾ ਮਤਲਬ ਕੀ ਹੁੰਦਾ, ਜ਼ਿਆਦਾਤਰ ਬੱਚਿਆਂ ਨੂੰ ਇਹ ਚੀਜ਼ ਨਹੀਂ ਕਲੀਅਰ ਹੁੰਦੀ ਵੀ ਸਲੋ ਹੀ ਹਮੇਸ਼ਾ ਕਿਉਂ ਰੇਟ ਡਿਟਰਮਾਈਨਿੰਗ ਸਟੈਪ ਹੁੰਦਾ, ਫਾਸਟ ਵਾਲਾ ਸਟੈਪ ਕਿਉਂ ਨਹੀਂ ਹੁੰਦਾ। ਹੁਣ ਮੰਨ ਲਓ ਵੀ ਕੋਈ ਮਸ਼ੀਨ ਬਣ ਰਹੀ ਹੈ, ਠੀਕ ਹੈ, ਜਾਂ ਕਹਿ ਲਓ ਵੀ ਕੋਈ ਸਮਾਨ ਆਪਾਂ ਮਸ਼ੀਨ ਮੰਨੋ ਵੀ ਮਸ਼ੀਨ ਬਣ ਰਹੀ ਹੈ, ਉਹਨੂੰ ਬਣਨ ਦੇ ਲਈ 5 ਘੰਟੇ ਲੱਗ ਰਹੇ ਨੇ, ਠੀਕ ਹੈ। ਇੱਕ ਮਸ਼ੀਨ ਨੂੰ ਕੋਈ ਬੰਦਾ ਬਣਾ ਰਿਹਾ, ਉਹ ਬੰਦਾ ਉਸ ਮਸ਼ੀਨ ਨੂੰ ਬਣਾਉਣ ਲਈ 5 ਘੰਟੇ ਲਗਾ ਰਿਹਾ, ਠੀਕ ਹੈ। ਉਸ ਤੋਂ ਬਾਅਦ ਜਦੋਂ ਮਸ਼ੀਨ ਬਣ ਜਾਂਦੀ ਹੈ ਤਾਂ ਉਹ ਦੂਸਰੇ ਬੰਦੇ ਕੋਲ ਜਾਂਦੀ ਹੈ, ਦੂਸਰਾ ਬੰਦਾ ਕੀ ਹੈ ਉਹ ਚੈੱਕ ਕਰਦਾ ਵੀ ਇਹ ਸਹੀ ਚੱਲਦੀ ਹੈ ਜਾਂ ਨਹੀਂ ਚੱਲਦੀ, ਉਹਨੂੰ ਸਿਰਫ 5 ਮਿੰਟ ਲੱਗਦੇ ਆ। ਤਾਂ ਟੋਟਲ ਮਸ਼ੀਨ ਨੂੰ ਬਣਨ ਦੇ ਵਿੱਚ ਕਿੰਨਾ ਟਾਈਮ ਲੱਗਦਾ, ਬਣ ਕੇ ਬਾਹਰ ਆਉਣ ਦੇ ਲਈ 5 ਘੰਟੇ 5 ਮਿੰਟ। 5 ਘੰਟੇ ਪਹਿਲਾ ਬੰਦਾ ਲਾਉਂਦਾ, 5 ਮਿੰਟ ਦੂਸਰਾ ਬੰਦਾ ਲਾਉਂਦਾ। ਤਾਂ ਜ਼ਿਆਦਾਤਰ ਟਾਈਮ ਉਹ ਮਸ਼ੀਨ ਦੇ ਉੱਪਰ ਕਿਹੜੇ ਬੰਦੇ ਨੇ ਲਾਇਆ, ਪਹਿਲੇ ਬੰਦੇ ਨੇ ਜਿਹਨੇ 5 ਘੰਟੇ ਲਗਾਏ, ਠੀਕ ਹੈ। ਤਾਂ ਹੁਣ 5 ਘੰਟੇ 5 ਮਿੰਟ ਦੇ ਟੋਟਲ ਟਾਈਮ ਦੇ ਵਿੱਚੋਂ 5 ਘੰਟੇ ਜ਼ਿਆਦਾ ਨੇ, 5 ਮਿੰਟ ਤਾਂ ਬਹੁਤ ਹੀ ਘੱਟ ਨੇ, ਠੀਕ ਹੈ। ਤਾਂ 5 ਮਿੰਟ ਨੂੰ ਆਪਾਂ ਇਗਨੋਰ ਵੀ ਕਰ ਸਕਦੇ ਹਾਂ। ਉਹਨੇ ਦੂਸਰੇ ਬੰਦੇ ਨੇ ਬਹੁਤ ਹੀ ਤੇਜ਼ੀ ਨਾਲ ਕੰਮ ਕੀਤਾ, ਸਿਰਫ ਚੈੱਕ ਕਰ ਲਿਆ ਵੀ ਸਾਰੇ ਪੁਰਜੇ ਇਹਦੇ ਠੀਕ ਨੇ, ਸਾਰੇ ਪਾਰਟਸ ਵਧੀਆ ਨੇ, ਸਹੀ ਤਰੀਕੇ ਨਾਲ ਕੰਮ ਕਰਦੀ ਹੈ, ਸਿਰਫ ਉਹਨੇ ਚੈੱਕ ਕੀਤਾ, ਠੀਕ ਹੈ। ਤਾਂ ਉਹਦਾ ਕੰਮ ਸਿਰਫ 5 ਮਿੰਟਾਂ ਦੇ ਵਿੱਚ ਖਤਮ ਹੋ ਗਿਆ। ਪਰ ਜ਼ਿਆਦਾ ਮਿਹਨਤ ਕਿਹਨੇ ਕੀਤੀ, ਜਿਹਨੇ 5 ਘੰਟੇ ਪੂਰੇ ਲਾਏ, ਠੀਕ ਹੈ। ਤਾਂ ਪੂਰੇ ਦਾ ਪੂਰਾ ਜੇ ਉਹਦਾ ਆਪਾਂ ਰੇਟ ਕੱਢਣਾ ਹੋਵੇ ਤਾਂ ਆਪਾਂ ਸਿਰਫ ਜੇ ਪਹਿਲੇ ਸਟੈਪ ਦਾ ਰੇਟ ਕੱਢ ਲਈਏ ਅਤੇ ਪੂਰੀ ਰਿਐਕਸ਼ਨ ਦਾ ਰੇਟ ਕੱਢ ਲਈਏ ਤਾਂ ਆਲਮੋਸਟ ਸੇਮ ਆ ਜਾਊਗਾ। 5 ਮਿੰਟਾਂ ਦੇ ਨਾਲ 5 ਘੰਟੇ ਦਾ ਕੋਈ ਇਫੈਕਟ ਨਹੀਂ, ਮਤਲਬ 5 ਮਿੰਟ ਵਧਣ ਘਟਣ ਦੇ ਨਾਲ 5 ਘੰਟੇ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ, ਜਾਂ ਕਹਿ ਲਓ ਜੇ ਇਫੈਕਟ ਪਊਗਾ ਤਾਂ ਬਹੁਤ ਥੋੜ੍ਹਾ ਬਹੁਤਾ ਇਫੈਕਟ ਪਊਗਾ। ਇਸ ਲਈ ਜੇ ਕੋਈ ਰਿਐਕਸ਼ਨ ਮਲਟੀ ਸਟੈਪ ਦੇ ਵਿੱਚ ਹੋ ਰਹੀ ਹੈ ਤਾਂ ਜਿਹੜੀ ਸਲੋ ਸਟੈਪ ਹੋਊਗਾ, ਉਹਦਾ ਜਿਹੜਾ ਸਲੋਐਸਟ ਸਟੈਪ, ਸਭ ਤੋਂ ਹੌਲੀ ਸਟੈਪ ਹੋਊਗਾ, ਜੇ ਆਪਾਂ ਉਹਦੇ ਕੰਪੈਰੇਟਿਵਲੀ ਰੇਟ ਕੱਢ ਲਈਏ, ਠੀਕ ਹੈ, ਅਤੇ ਓਵਰਆਲ ਰੇਟ ਕੱਢ ਲਈਏ ਤਾਂ ਉਹਦੇ ਵਿੱਚ
सिर्फ 1 ਜਾਂ 2% का ही फर्क आऊगा, बहुता फर्क नहीं आता। तो इसलिए आप जी मल्टी स्टैप रिएक्शन होंगी है स्लोएस्ट स्टैप देखते होंगे तो उन्होंने आप रीडिटरमाइनिंग स्टैप कह दें। ठीक है, ये चीज़ है जोड़ा बेसिक फंडा है। यही चीज़ काइनेटिक स्टडीज़ जी है वो आप पढ़नी है। जे कोई रिएक्शन है जिमें हाइड्रोलिसिस CH3Br दी है, सैकेंड ऑर्डर रिएक्शन है। सैकेंड ऑर्डर मतलब 2 चीज़ों के उपर ये डिपेंड करूगी, एक CH3Br के उपर तो एक OH नैगेटिव की कंसनट्रेशन के उपर डिपेंड करती है। ये होंदा की है CH3Br OH नैगेटिव है जोड़ा CH3Br ते अटैक करता, तो जिस टाइम ते OH का CH3 नाल बॉन्ड बनता उस टाइम ते CH3 का Br नाल बॉन्ड टुटदा। ठीक है, तो हुंदा की आ OH का बॉन्ड बन जाता, Br का बॉन्ड टुट जाता। ठीक है, इंटरमीडिएट दे विच हुंदा की आ कार्बन का एक बॉन्ड टुट रहा, एक बॉन्ड बन रहा। ठीक है, तो 1 स्टैप रिएक्शन है, ये 1 स्टैप है, पर ये आ दोनों चीज़ां जिहड़ियां इनवॉल्व होंदियां ने सेम स्टैप दे विच। ठीक है, तो करके ये जिहड़ी है ये सैकेंड ऑर्डर रिएक्शन है। ठीक है, ये काइनेटिक की है 2 चीज़ों के उपर डिपेंड करती है, तो सैकेंड ऑर्डर रिएक्शन बन जाती है। हुण जे आपां देखीए हाइड्रोलिसिस देखिए आप टर्शी ब्यूटाइल ब्रोमाइड की। ठीक है, ਹੁਣ ਇੱਥੇ भी ब्रोमाइड ਸੀਗਾ, एल्काइल ब्रोमाइड ਸੀ, ਇਹ भी एल्काइल ब्रोमाइड है। ये है प्राइमरी, ये है टर्शरी। ਹੁਣ ਆਪਾਂ ਨੂੰ पता जो ब्रोमाइड निकलूगा, ठीक है, इतने प्राइमरी कार्बोकेटाइन बनूगा, इतने टर्शरी कार्बोकेटाइन बनूगा। टर्शरी ज़्यादा स्टेबल होंदा। ठीक है, तो इतने की होगा Br निकल के टुट जूगा, टुट के पहला बाहर निकल जूगा, इत्थे आ जाऊगा पॉजिटिव चार्ज। ये क्योंकि ज़्यादा स्टेबल होंदा तो यह थोड़े जे टाइम लिए रुक जाता, उस तो बाद अगे फरदर OH नैगेटिव का अटैक होंदा। ठीक है, तो अपने को हाइड्रोलिसिस होंदी है। तो पहला स्टैप है जोड़ा वो स्लो है। ठीक है, दूसरा स्टैप है जोड़ा वो फास्ट है। तो ओवरऑल रेट आप पहले स्टैप तो ये कैलकुलेट कर सकते हैं, दूसरे नूं आप इग्नोर कर सकते हैं। ठीक है, तो स्लो स्टैप है जोड़ा वो ज़्यादा टाइम लैंदा तो रीडिटरमाइनिंग स्टैप होंदा, जिवें कि मैं पहला भी दस्सिया। ठीक है, ये चीज़ का ध्यान। तो हुण इहदे विच ये जिहड़ी है 2 स्टैप्स दे विच होंदी आ। ठीक है, पर इहदे विच जिहड़ा स्लो स्टैप है उहदे विच सिर्फ इक्को ही चीज़ है जिहड़ी वो आउंदी है, तो ये सिर्फ एक चीज़ के उपर ही डिपेंड करता है रेट तो यह फस्ट ऑर्डर रिएक्शन है। ठीक है, ये जिहड़ी है ये 2 चीज़ों पर डिपेंड करता तो सैकेंड ऑर्डर रिएक्शन है, ये सिर्फ एक चीज़ पर डिपेंड करता तो यह फस्ट ऑर्डर रिएक्शन है रिएक्शन सेम ही है। देखो Br निकल रहा, OH नैगेटिव ऐड हो रहा, OH नैगेटिव ऐड होया, Br निकलिया, OH नैगेटिव ऐड होया, है रिएक्शन सेम ही है। ये प्राइमरी ये टर्शरी, फर्क कित्थे पै गया रिएक्शन के रेट पर। रिएक्शन का रेट है जोड़ा वो 2 चीज़ों पर डिपेंड करता, इत्थे दा रेट जोड़ा एक चीज़ पर डिपेंड करता। ठीक है, तो इत्थे जी चीज़ है वो फर्क पै गया। हुण नैक्सट चीज़ है अपने को आइसोटोप इफैक्ट्स। आइसोटोप इफैक्ट की होंदे नेगे, हुण मैं पिछे पढ़िया आइसोटोपिक स्टडीज़। ठीक है, हुण उहदे विच आपां की पढ़िया भी आपां आइसोटोप नाल चेंज करता, एक एटम नूं आपां उहदे आइसोटोप नाल रिप्लेस करता, रिएक्शन की आप पता कर लिया भी आइसोटोप कित्थे प्रेजेंट है, तो वो आपको पता लग गया भी आइटम इत्थों इत्थे मूव कर गया। ठीक है, ये चीज़ हुई। हुण उत्ते आपां कहा सीगा भी हाँ उहदे विच नंबर ऑफ इलैक्ट्रॉन्स सेम होंदे ने, तां करके बहुता ज़्यादा जिहड़ा है रेट के उपर इफैक्ट नहीं पैंदा। ठीक है, पर जे आपां देखीए हुण जिहड़ी चीज़ आ काइनेटिक इफैक्ट पढ़िया, काइनेटिक स्टडीज़ पढ़ियां ने आपां, इहदे विच की देखिया आपां जिहड़ा रेट डिटरमाइनिंग स्टैप है। ठीक है, चलो उत्थे आपां फेर जाने, पहला आइसोटोप इफैक्ट देखते हैं की है। हुण जो कोई आपां होर आइसोटोप जिवें हाइड्रोजन की थां ते मान लो ड्यूटेरियम यूज़ कर रहे हैं, तो उहदे नाल होऊगा कि रिएक्शन का रेट थोड़ा बहुता चेंज हो जाता, वध जाता जां घट जाता। ठीक है, होऊगा कि रिएक्शन का रेट है जोड़ा वो थोड़ा जिहा वध जूगा या थोड़ा जिहा घट जूगा जे आपां आइसोटोप यूज़ करते हैं हाइड्रोजन की थां ते, मतलब ड्यूटेरियम यूज़ करते हैं हाइड्रोजन की थां ते। ठीक है, ये होया क्यों, सब तो होया क्यों बाद चो देखते हैं। तो जोड़ा ये चेंज होया ना रेट दे रिएक्शन के रेट दे विच जोड़ा चेंज होया, उस चेंज में आपां कहांगे आइसोटोप इफैक्ट। ठीक है, ये हुंदा क्यों, हुंदा ये इसलिए है क्योंकि आपां नूं पता भी ड्यूटेरियम का साइज़ है जोड़ा वड्डा है हाइड्रोजन नालों, ट्रीटियम का जोड़ा साइज़ है उस तो वड्डा है। जो क्यों वड्डा है, क्योंकि उहदे न्यूक्लियस दे विच ज़्यादा समान पिया। ठीक है, ड्यूटेरियम दा मास है जोड़ा डबल है एज कंपेयर टू हाइड्रोजन। ट्रीटियम का मास 3 होंदा, हाइड्रोजन का 1 होंदा, तो वो ट्रिपल हो गया। ठीक है, जो मास ही 3 गुणा हो गया तो वह बॉन्ड भी जोड़ा है वो स्ट्रोंग बनूगा। ठीक है, तो कार्बन तो हाइड्रोजन का बॉन्ड वीक होगा, कार्बन ड्यूटेरियम का उस तो वध स्ट्रोंग होगा, कार्बन ट्रीटियम का सब तो वध स्ट्रोंग होगा। ठीक है, तो जिन्ना वध स्ट्रोंग बॉन्ड होगा उन्होंने तोड़न नूं उन्होंने ज़्यादा टाइम लगूगा। ठीक है, इसलिए जिहड़ी कार्बन ते ड्यूटेरियम का बॉन्ड जे किसी रिएक्शन दे विच टुटदा, ठीक है, तो उस रिएक्शन नूं वध टाइम लगूगा एज कंपेयर टू कार्बन हाइड्रोजन बॉन्ड ब्रेकिंग दे। ठीक है, इहदा मतलब सीधा मतलब जिहड़ा है वो ये है भी कार्बन ते हाइड्रोजन का बॉन्ड है जिहड़ा ये वीक हुंदा एज कंपेयर टू कार्बन ड्यूटेरियम बॉन्ड दे स्ट्रोंग हुंदा है।
ठीक है। स्ट्रोंग बॉन्ड ਨੂੰ ज़्यादा टाइम लगता टुटन ਨੂੰ, ਵੀਕ बॉन्ड ਨੂੰ घट टाइम लगता टुटन ਨੂੰ, इसलिए CH का बॉन्ड ईजिली टुट जूगा, रिएक्शन फास्ट होगी, ठीक है। तो CD का बॉन्ड है जोड़ा वो थोड़ा जिहा वध टाइम लगेगा टुटन ਨੂੰ, रिएक्शन स्लो होगी, ठीक है। तो रेट है जोड़ा वो स्लो होगा CD के केस के जोड़ा रेट है वो फास्ट होगा CH के केस के, ये चीज़ याद रखनी है। तो जोड़ा ये रेट स्लो फास्ट होया इसनूं आपां कहने आ आइसोटोप इफैक्ट। हुण ਆਪਾਂ ਗੱਲ ਕਰਦੇ ਹਾਂ मल्टी स्टैप रिएक्शन की, जी आप काइनेटिक स्टडीज़ के होनी पढ़ी है। हुण दो केसिस उत्थे बनते हैं मल्टी स्टैप रिएक्शन के, मान लो जो बॉन्ड टुट रहा आइसोटोप वाला, वो जो बॉन्ड टुट रहा गा वो टुट रहा रेट डिटरमाइनिंग स्टैप दे विच, ठीक है। रेट डिटरमाइनिंग स्टैप दे विच जो बॉन्ड टुट रहा या बन रहा उस टाइम पर जो आइसोटोप इफैक्ट होगा उसकी वैल्यू बहुत ज़्यादा होगी, ठीक है। तो उसनों आपां कहांगे प्राइमरी आइसोटोपिक इफैक्ट। एक गल जिहड़ी रह गई वो ये भी आइसोटोपिक इफैक्ट है जिहड़ा उहनूं आपां रेट रेशो नाल आपां फाइंड आउट करते हैं KH डिवाइडेड बाय KD, मतलब H वाली नूं कितना टाइम लगता, रेट कितना है उहदा, ते KD वाली दा रेट कितना है, इहदे नाल आपां रेशो नाल इहनूं डिटरमाइन करते हैं, ठीक है। ਹੁਣ ਪ੍ਰਾਇਮਰੀ ਆਈਸੋਟੋਪ ਇਫੈਕਟ ਕੀ ਹੁੰਦਾ, ਜਦੋਂ ਜਿਹੜਾ ਇਹ ਬੌਂਡ ਟੁੱਟਦਾ ਹੈ ਉਹ ਰੇਟ ਡਿਟਰਮਾਈਨਿੰਗ ਸਟੈਪ ਦੇ ਵਿੱਚ ਟੁੱਟੇ, ਠੀਕ ਹੈ, ਤਾਂ ਜਿਹੜਾ ਇਫੈਕਟ ਹੈ ਬਹੁਤ ਹੀ ਜ਼ਿਆਦਾ ਵੱਧ ਜਾਂਦਾ। ਕਿਉਂ? ਕਿਉਂਕਿ ਉਹਨੂੰ ਤਾਂ ਰੇਟ ਡਿਟਰਮਾਈਨਿੰਗ ਸਟੈਪ ਤਾਂ ਪਹਿਲਾਂ ਹੀ ਸਲੋ ਹੈ, ਠੀਕ ਹੈ। ਜੇ ਆਪਾਂ ਆਈਸੋਟੋਪ ਯੂਜ਼ ਕਰਦੇ ਹਾਂ ਤਾਂ ਉਹ ਹੋਰ ਵੀ ਜ਼ਿਆਦਾ ਸਲੋ ਹੋ ਜਾਂਦਾ, ਹੋਰ ਵੀ ਵੱਧ ਟਾਈਮ ਲੱਗਦਾ ਉਹਨੂੰ, ਤਾਂ ਰੇਟ ਉਹਦਾ ਜਿਹੜਾ ਹੈ ਉਹ ਸਲੋ ਹੋ ਜਾਂਦਾ, ਠੀਕ ਹੈ। ਤਾਂ ਰੇਟ 'ਤੇ ਇਫੈਕਟ ਪੈਂਦਾ ਉਹਦੇ 'ਤੇ। इसलिए जिवें फॉर एग्जाम्पल आ दो रिएक्शनस ने अपने कोले, CH3 की थां ते आपां CD3 करता, जिथे H आ उत्थे आपां D करता, दोनों थावां ते, ठीक है। तो इत्थे CH3 CH डबल बॉन्ड CH2 बनया, CD3 CH डबल बॉन्ड CD2 बनया, ठीक है। DH सॉरी OD इत्थे D आऊगा, ठीक है, इत्थे D आऊगा, उपर H आऊगा। तो जो ये रिएक्शन है इसका रेट जो 1 मन के चलीए तो यदा रेट है जो 0.15 होंदा। तो हुण जो आप आइसोटोप इफैक्ट देखते हैं, आइसोटोप इफैक्ट इहदा कितना रह गया, KH बाई KD इज इक्वल टू 0.15, दैट इज़ अप्रॉक्सीमेटली इक्वल टू 7, 6.66 आ गया, 7 आ गया। आइसोटोप इफैक्ट बहुत ज़्यादा है ये, ठीक है। यदि रेशो जो 1 आती है तो मतलब कि भी कोई चेंज नहीं होया रिएक्शन के रेट के, पर इत्थे 7 गुणा रिएक्शन है जी 7 गुणा स्लो हो गई, इदा कह लो, ठीक है। तो बहुत ही ज़्यादा जे रिएक्शन 1 सैकेंड के होंगी तो रिएक्शन 7 सैकेंड्स के होती है। ये चीज़ इसका मतलब जोड़ा है सिंपल देखिए तो ये चीज़ बन जाता, ठीक है। तो ਇਹਦਾ मतलब की है लार्ज आइसोटोप इफैक्ट का मतलब की है भी ਜਿਹੜਾ CH बॉन्ड टुटदा CD बॉन्ड ਜਿਹੜਾ टुटदा गा ਉਹ ਜਿਹੜਾ है रेट डिटरमाइनिंग स्टैप ਦੇ ਵਿੱਚ ਟੁੱਟੂਗਾ। ਤਾਂ ਇਹਦਾ ਜਿਹੜਾ ਮਕੈਨਿਜ਼ਮ ਹੈ ਉਹ ਆਪਾਂ ਕੀ ਮਕੈਨਿਜ਼ਮ ਇਹਨੂੰ ਸੁਜੈਸਟ ਕਰ ਸਕਦੇ ਹਾਂ। ਇਹਦੇ ਵਿੱਚ ਹੁੰਦਾ ਕੀ ਆ, C2H5OH O ਨੈਗੇਟਿਵ ਨੇ H ਤੇ ਅਟੈਕ ਕੀਤਾ, ठीक है। H ਨੂੰ ਐਬਸਟ੍ਰੈਕਟ ਕਰਕੇ ਲੈ ਗਿਆ ਇਹ, ਉਸ ਤੋਂ ਬਾਅਦ ਆ H ਵਾਲੇ 2 ਇਲੈਕਟ੍ਰੋਨਸ ਬਚ ਗਏ, ਇਹਨਾਂ ਨੇ ਇੱਥੇ ਪਾਈ ਬੌਂਡ ਬਣਾ ਲਿਆ, ਠੀਕ ਹੈ। ਉਸ ਤੋਂ ਬਾਅਦ ਆ ਕਾਰਬਨ ਦੇ 5 ਬੌਂਡ ਪੂਰੇ ਹੋ ਗਏ ਨੇ, ਬ੍ਰੋਮੀਨ ਨਾਲ ਬੌਂਡ ਤੋੜ ਲਿਆ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਹੋ ਕੀ ਰਿਹਾ, ਆ ਬੌਂਡ ਬਣ ਰਿਹਾ, आ बॉन्ड टुट रहा, इत्थे डबल बॉन्ड बन रहा, इत्थे आ बॉन्ड टुट रहा, आ बन रहा, आ टुट रहा, आ डबल बॉन्ड बन रहा, आ बॉन्ड टुट रहा, ठीक है। तो होगा कि बेसिकली इस रिएक्शन के हो की रहा, आ बॉन्ड जोड़ा है आह CH बॉन्ड टुट रहा क्योंकि हाइड्रोजन को C2H5OH लैके जा रहा, ठीक है। तो पहला आ स्टैप है, इत्थे आ बॉन्ड टुटन का ज़्यादा इफैक्ट है, दूसरी रिएक्शन के आ बॉन्ड टुटन का ज़्यादा इफैक्ट है, ठीक है। तो दूसरी रिएक्शन इदा होंगी है, पहला स्टैप है जो इतने आ चीज़ आ जाती है, दूसरे स्टैप के आ बॉन्ड टुट जाता, ठीक है। तो क्योंकि पहला स्टैप स्लो है, रेट डिटरमाइनिंग स्टैप है, तो पहला स्टैप के ही CH बॉन्ड टुट रहा, तो यही दूसरी रिएक्शन के पहले स्टैप के ही CD बॉन्ड टुटूगा, ठीक है। इसलिए दूसरी रिएक्शन का जोड़ा रेट है वो बहुत स्लो हो जाता, तो 0.15 रह जाता, ठीक है। इसलिए प्राइमरी आइसोटोप इफैक्ट। इस तरह ही जे बॉन्ड है जोड़ा वो रेट डिटरमाइनिंग स्टैप के ना टुटे, दूसरे स्टैप टुटे, तो उसनों आपां की कहांगे सेकेंडरी आइसोटोप इफैक्ट, ठीक है। जिमें फॉर एग्जाम्पल आप नाइट्रेशन ऑफ बेंजीन देखते हैं, NO2 पॉजिटिव जो बेंजीन के उपर अटैक करता तो बेंजीन रिंग के उपर आ जाता पॉजिटिव चार्ज, मतलब पॉजिटिव चार्ज सारिया कार्बनस के उपर घूमता रहता, ये चीज़ आप देखी रेजोनेंस के। हुण इस स्टैप के हाइड्रोजन कार्बन बॉन्ड किते भी नहीं टुट रहा, ठीक है। स्लो स्टैप यह है, हाइड्रोजन कार्बन बॉन्ड नहीं टुट रहा, वो कितने टुट रहा, दूसरी रिएक्शन के, ठीक है। इन्हें आके अटैक किया हाइड्रोजन के उपर, हाइड्रोजन ने आपके इलैक्ट्रॉन रिंग में देते, ठीक है। तो आह दोबारे NO2 मतलब नाइट्रोबेंजीन बन गया, तो H2SO4 जो दोबारे बन गया, ठीक है।
ਇਹ ਚੀਜ਼ ਹੁੰਦੀ ਹੈ ਇਸ ਰਿਐਕਸ਼ਨ ਦੇ ਵਿੱਚ। ਤਾਂ ਕਾਰਬਨ ਹਾਈਡਰੋਜਨ ਬੌਂਡ ਕਿੱਥੇ ਟੁੱਟ ਰਿਹਾ, ਫਾਸਟ ਸਟੈਪ ਦੇ ਵਿੱਚ। ਇਸ ਲਈ ਰਿਐਕਸ਼ਨ ਦੇ ਰੇਟ ਦੇ ਉੱਪਰ ਇਹਦਾ ਕੋਈ ਇਫੈਕਟ ਨਹੀਂ ਪੈਂਦਾ, ਘੱਟ ਇਫੈਕਟ ਹੁੰਦਾ ਗਾ, ਠੀਕ ਹੈ, ਆਈਸੋਟੋਪ ਦਾ, ਤਾਂ ਇਹ ਸੈਕੰਡਰੀ ਆਈਸੋਟੋਪ ਇਫੈਕਟ ਬਣ ਜਾਂਦਾ। ਜੇ ਵੱਧ ਇਫੈਕਟ ਹੋਊਗਾ ਤਾਂ ਪ੍ਰਾਇਮਰੀ ਆਈਸੋਟੋਪ ਇਫੈਕਟ ਬਣੂਗਾ ਜਦੋਂ ਰੇਟ ਡਿਟਰਮਾਈਨਿੰਗ ਸਟੈਪ ਦੇ ਵਿੱਚ ਇਹ ਬੌਂਡ ਟੁੱਟੂਗਾ, ਠੀਕ ਹੈ। ਇਹ ਚੀਜ਼ ਸੀਗੀ। ਜਦੋਂ ਆਪਾਂ ਡੀ ਯੂਜ਼ ਕਰਦੇ ਹਾਂ ਤਾਂ ਸੇਮ ਹੀ ਜਿਹੜਾ ਰੇਟ ਇਜ਼ ਫਾਊਂਡ ਟੂ ਬੀ ਸੇਮ ਐਜ਼ ਇਨ ਕੇਸ ਆਫ ਐਚ, ਠੀਕ ਹੈ। ਤਾਂ ਦੋਨਾਂ ਰਿਐਕਸ਼ਨਾਂ ਦਾ ਰੇਟ ਹੈ ਜਿਹੜਾ ਉਹ ਸੇਮ ਹੋਊਗਾ, ਚਾਹੇ ਤੁਸੀਂ ਐਚ ਯੂਜ਼ ਕਰ ਲਓ ਚਾਹੇ ਤੁਸੀਂ ਡੀ ਯੂਜ਼ ਕਰ ਲਓ ਨਾਈਟ੍ਰੇਸ਼ਨ ਦੇ ਵਿੱਚ। ਕਿਉਂਕਿ ਰੇਟ ਡਿਟਰਮਾਈਨਿੰਗ ਸਟੈਪ ਦੇ ਵਿੱਚ ਉਹ ਬੌਂਡ ਇਨਵੋਲਵ ਹੀ ਨਹੀਂ ਹੋਇਆ। ਹੁਣ ਲਾਸਟ ਜਿਹੜੀ ਚੀਜ਼ ਹੈ ਉਹ ਆਪਣੇ ਕੋਲ ਹੈ ਸਟੀਰੀਓਕੈਮੀਕਲ ਸਟੱਡੀਜ਼। ਸਟੀਰੀਓਕੈਮੀਕਲ ਸਟੱਡੀਜ਼ ਦੇ ਵਿੱਚ ਹੁਣ ਆਪਣੇ ਕੋਲ ਆਪਾਂ ਨੂੰ ਪਤਾ ਆਈਸੋਮਰਸ ਦੋ ਤਰ੍ਹਾਂ ਦੇ ਹੁੰਦੇ ਆ, ਸਟੀਰੀਓਕੈਮੀਕਲ ਅਤੇ ਜਿਓਮੈਟਰੀਕਲ। ਜਿਓਮੈਟਰੀਕਲ ਹੁੰਦੇ ਆ ਜਿਹੜੇ ਕਿਸੇ ਇੱਕ ਐਟਮ ਦੀ ਦੂਸਰੇ ਐਟਮ ਨਾਲ ਬੌਂਡਿੰਗ ਡਿਫਰੈਂਟ ਹੋਵੇ, ਮਤਲਬ ਇੱਕ ਆਈਸੋਮਰ ਦੇ ਵਿੱਚ ਉਹ ਐਟਮ ਇੱਕ ਕਾਰਬਨ ਨਾਲ ਹੋਵੇ, ਦੂਸਰੇ ਆਈਸੋਮਰ ਦੇ ਵਿੱਚ ਉਹ ਐਟਮ ਦੂਸਰੀ ਕਾਰਬਨ ਨਾਲ ਹੋਵੇ, ਤਾਂ ਉਹ ਜਿਓਮੈਟਰੀਕਲ ਹੋ ਜਾਂਦੇ ਆ। ਜੇ ਸੇਮ ਐਟਮ ਨਾਲ ਬੌਂਡਿੰਗ ਹੋਵੇ ਪਰ ਸਪੇਸ ਦੇ ਵਿੱਚ ਅਰੇਂਜਮੈਂਟ ਡਿਫਰੈਂਟ ਹੋਵੇ ਤਾਂ ਉਹ ਸਟੀਰੀਓਕੈਮੀਕਲ ਆਈਸੋਮਰਸ ਹੁੰਦੇ ਨੇ, ਠੀਕ ਹੈ। ਤਾਂ ਸਟੀਰੀਓਕੈਮੀਕਲ ਆਈਸੋਮਰਸ ਜਦੋਂ ਬਣਨਗੇ ਉਸ ਟਾਈਮ 'ਤੇ ਮੰਨ ਲਓ ਤੁਹਾਡੇ ਕੋਲ ਪਹਿਲਾ ਰਿਐਕਟੈਂਟ ਹੈ ਜਿਹੜਾ ਉਹ ਇੱਕ ਆਈਸੋਮਰ ਹੈ, ਪ੍ਰੋਡਕਟ ਦੇ ਵਿੱਚ ਉਹਦੀ ਜਿਹੜੀ ਕਨਫੀਗਰੇਸ਼ਨ ਹੈ ਚੇਂਜ ਹੋ ਜਾਂਦੀ ਹੈ, ਦੂਸਰਾ ਆਈਸੋਮਰ ਬਣ ਜਾਂਦਾ। ਤਾਂ ਇਸ ਚੀਜ਼ ਨੂੰ ਆਪਾਂ ਕਹਾਂਗੇ ਇਨਵਰਜ਼ਨ। ਪਹਿਲਾਂ ਇੱਕ ਸੀਗਾ ਫਿਰ ਦੂਸਰਾ ਬਣ ਗਿਆ, ਇਨਵਰਟ ਹੋ ਗਿਆ, ਠੀਕ ਹੈ, ਚੇਂਜ ਹੋ ਗਿਆ, ਇਨਵਰਟ ਹੋ ਗਿਆ, ਇਸ ਨੂੰ ਕਹਾਂਗੇ ਇਨਵਰਜ਼ਨ। ਜੇ ਪਹਿਲਾ ਵੀ ਸੇਮ ਹੀ ਕਨਫੀਗਰੇਸ਼ਨ ਦਾ ਅਤੇ ਦੂਸਰਾ ਵੀ ਸੇਮ ਹੀ ਕਨਫੀਗਰੇਸ਼ਨ ਦਾ, ਮਤਲਬ ਜਿੱਥੋਂ ਇੱਕ ਗਰੁੱਪ ਹਟਿਆ ਉੱਥੇ ਉਸੇ ਪੋਜੀਸ਼ਨ 'ਤੇ ਦੂਸਰਾ ਗਰੁੱਪ ਆ ਕੇ ਲੱਗ ਗਿਆ, ਤਾਂ ਉਸ ਨੂੰ ਆਪਾਂ ਕੀ ਕਹਾਂਗੇ, ਰਿਟੈਂਸ਼ਨ। ਉੱਥੇ ਸੇਮ ਚੀਜ਼ ਉਹੀ ਚੀਜ਼ ਰਹਿ ਗਈ ਤਾਂ ਉਸ ਨੂੰ ਆਪਾਂ ਕਹਾਂਗੇ ਰਿਟੈਂਸ਼ਨ, ਠੀਕ ਹੈ। ਜੇ ਰਿਐਕਸ਼ਨ ਦੇ ਵਿੱਚ ਦੋਨੇ ਚੀਜ਼ਾਂ ਬਰਾਬਰ ਅਮਾਊਂਟ ਦੇ ਵਿੱਚ ਬਣਦੀਆਂ ਨੇ ਤਾਂ ਇੱਕ ਮਤਲਬ ਇਨਵਰਜ਼ਨ ਵੀ ਹੁੰਦੀ ਹੈ, ਰਿਟੈਂਸ਼ਨ ਵੀ ਹੁੰਦੀ ਆ, 50-50% ਦੋਨੇ ਹੁੰਦੀਆਂ ਨੇ, ਤਾਂ ਉੱਥੇ ਕੀ ਬਣਦਾ, ਰੈਸਿਮਿਕ ਮਿਕਸਚਰ। ਇਹ ਸ਼ਾਇਦ ਤੁਸੀਂ +2 ਦੇ ਵਿੱਚ ਕਾਰਬੋਹਾਈਡਰੇਟ ਦੇ ਵਿੱਚ ਵੀ ਪੜ੍ਹਿਆ ਹੀ ਹੋਊਗਾ, ਅਲਫਾ ਬੀਟਾ ਜਿੱਥੇ ਤੁਸੀਂ ਪੜ੍ਹਦੇ ਹੋ ਐਨੋਮਰ, ਐਪੀਮਰ, ਐਨੋਮਰ, ਠੀਕ ਹੈ। ਹੁਣ ਇਹ ਜਿਹੜੀਆਂ ਸਟੀਰੀਓਕੈਮੀਕਲ ਸਟੱਡੀਜ਼ ਨੇ ਇਹ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਇਹਨਾਂ ਨੂੰ, ਜਿਵੇਂ SN1 ਅਤੇ SN2 ਰਿਐਕਸ਼ਨਸ। ਯੂਨੀਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ SN1, 1 ਫॉर ਯੂਨੀਮੋਲੀਕੂਲਰ, N ਫॉर ਨਿਊਕਲੀਓਫਿਲਿਕ, S ਫॉर ਸਬਸਟੀਟਿਊਸ਼ਨ, ਠੀਕ ਹੈ। ਜਿਵੇਂ ਹਾਈਡਰੋਲਿਸਿਸ ਆਫ ਆਪਟੀਕਲੀ ਐਕਟਿਵ 2-chloropentanone, ਇਹਦੀ ਜਦੋਂ ਹਾਈਡਰੋਲਿਸਿਸ ਕਰਦੇ ਹਾਂ QH ਦੇ ਨਾਲ ਸਭ ਤੋਂ ਪਹਿਲਾਂ Cl ਨੈਗੇਟਿਵ ਬਾਹਰ ਨਿਕਲ ਜਾਂਦਾ, ਠੀਕ ਹੈ। ਤਾਂ ਇਹ ਕੀ ਬਣ ਜਾਂਦਾ, ਕਾਰਬੋਕੈਟਾਇਨ, ਪਲੇਨਰ ਬਣ ਜਾਂਦਾ। ਇਹ ਕੀ ਹੁੰਦਾ, ਟੈਟਰਾਹੈਡਰਲ, ਇਹ ਕੀ ਹੈ, ਪਲੇਨਰ, ਠੀਕ ਹੈ। ਜਿਓਮੈਟਰੀ ਇਹਦੀ ਚੇਂਜ ਹੋ ਗਈ, ਇਹ ਚੀਜ਼ ਦਾ ਧਿਆਨ ਰੱਖਿਓ। ਹੁਣ ਜਦੋਂ ਜਿਓਮੈਟਰੀ ਇਹ ਪਲੇਨਰ ਬਣ ਗਿਆ ਤਾਂ ਦੂਸਰੀ ਚੀਜ਼ OH ਨੇ ਅਟੈਕ ਕਰਨਾ, ਇਹ ਇੱਧਰਲੇ ਪਾਸਿਓਂ ਵੀ ਅਟੈਕ ਕਰ ਸਕਦਾ, ਠੀਕ ਹੈ, ਇਹ ਇੱਧਰਲੇ ਪਾਸਿਓਂ ਵੀ ਅਟੈਕ ਕਰ ਸਕਦਾ। ਹੁਣ ਜੇ ਇੱਧਰੋਂ ਅਟੈਕ ਕਰੂਗਾ ਇਹਨੂੰ ਥੋੜ੍ਹਾ ਜਿਹਾ ਇੱਥੇ ਲੈ ਆਇਓ, ਗਲਤ ਬਣ ਗਿਆ, ਠੀਕ ਹੈ। ਇੱਥੇ ਅਟੈਕ ਕਰੂਗਾ ਤਾਂ ਇੱਧਰਲੇ ਪਾਸੇ ਜੁੜੂਗਾ, ਜੇ ਇੱਧਰ ਅਟੈਕ ਕਰੂਗਾ ਤਾਂ ਇੱਧਰਲੇ ਪਾਸੇ ਜੁੜੂਗਾ, ਠੀਕ ਹੈ। ਇੱਧਰ ਕਲੋਰੀਨ ਇੱਧਰਲੇ ਪਾਸੇ ਲੱਗਿਆ ਹੋਇਆ ਸੀ ਤਾਂ ਆਹ ਚੀਜ਼ S ਹੋਊਗੀ, ਇਹ ਅਗਲੇ ਸਮੈਸਟਰ ਦੇ ਵਿੱਚ ਆਪਾਂ ਪੜ੍ਹਾਂਗੇ। S ਆਈਸੋਮਰ ਬਣਦਾ ਸੇਮ ਇਹਦੇ ਨਾਲ ਦਾ ਬਣਦਾ ਤਾਂ ਇੱਥੇ ਰਿਟੈਂਸ਼ਨ ਹੁੰਦੀ ਆ, ਠੀਕ ਹੈ। ਇੱਥੇ R ਆਈਸੋਮਰ ਬਣ ਜਾਂਦਾ, ਦੂਸਰੇ ਪਾਸੇ 'ਤੇ OH ਆ ਕੇ ਲੱਗਦਾ, ਇੱਥੇ ਰਿਟੈਂਸ਼ਨ ਇਨਵਰਜ਼ਨ ਹੁੰਦੀ ਆ, ਇੱਥੇ ਰਿਟੈਂਸ਼ਨ ਹੁੰਦੀ ਆ, ਠੀਕ ਹੈ। ਜੇ ਤੁਸੀਂ ਦੇਖੋਗੇ ਤਾਂ ਆਹ ਜਿਹੜੇ ਦੋਨੇ ਬਣੇ ਇਹ ਇੱਕ ਦੂਸਰੇ ਦੀਆਂ ਮਿਰਰ ਇਮੇਜਸ ਨੇ, ਠੀਕ ਹੈ। ਜੇ ਇਹਨੂੰ ਆਪਾਂ ਮਿਰਰ ਦੇ ਵਿੱਚ ਦੇਖੀਏ ਤਾਂ ਆਹ ਚੀਜ਼ ਬਣੂਗੀ, ਤਾਂ ਇਹ ਦੋਨੇ ਕੀ ਨੇ, ਆਪਣੇ ਇਨੈਂਸ਼ੀਓਮਰ ਨੇ ਇੱਕ ਦੂਸਰੇ ਦੇ, ਠੀਕ ਹੈ। ਹੁਣ ਇਹੀ ਚੀਜ਼ ਹੈ ਜਿਹੜੀ ਉਹ ਹੁੰਦੀ ਹੈਗੀ ਬਾਈਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਦੇ ਵਿੱਚ। ਇਹ ਰਿਐਕਸ਼ਨ 2 ਸਟੈਪ ਰਿਐਕਸ਼ਨ ਹੁੰਦੀ ਆ, ਠੀਕ ਹੈ। ਇਹ ਰਿਐਕਸ਼ਨ ਹੈ ਜਿਹੜੀ ਉਹ 1 ਸਟੈਪ ਰਿਐਕਸ਼ਨ ਹੋਊਗੀ। ਇਹਦੇ ਵਿੱਚ ਹੋਊਗਾ ਕਿ ਇਹਦੇ ਵਿੱਚ OH ਨੈਗੇਟਿਵ ਹੈ ਜਿਹੜਾ ਉਹ ਦੂਸਰੇ ਪਾਸਿਓਂ ਆ ਕੇ ਕਾਰਬਨ 'ਤੇ ਅਟੈਕ ਕਰ ਦੂਗਾ, ਠੀਕ ਹੈ। ਜਿੱਧਰ ਇਹ ਕਿਉਂਕਿ ਨੈਗੇਟਿਵ ਹੈ, ਆ ਵੀ ਨੈਗੇਟਿਵ ਹੈ, ਦੋਨੇ ਇੱਕ ਦੂਸਰੇ ਨੂੰ ਰਿਪੈਲ ਕਰਨਗੇ, ਤਾਂ ਇਹ ਕੀ ਕਰੂ, ਚਲਾਕ ਬਣੂ, ਪਿੱਛੋਂ ਦੀ ਆ ਕੇ ਅਟੈਕ ਕਰ ਦੂਗਾ, ਠੀਕ ਹੈ। ਇਹਨੇ ਪਿੱਛੋਂ ਦੀ ਆ ਕੇ ਅਟੈਕ ਕੀਤਾ ਜਦੋਂ, ਤਾਂ ਇਹ ਬੌਂਡ ਇੱਕ ਟਾਈਮ 'ਤੇ ਇਸ ਟਾਈਮ 'ਤੇ ਇਹ ਬੌਂਡ ਬਣ ਰਿਹਾ, ਉਸ ਟਾਈਮ 'ਤੇ ਇਹ ਬੌਂਡ ਟੁੱਟ ਰਿਹਾ, ਠੀਕ ਹੈ। ਦੋਨੇ ਰਿਐਕਸ਼ਨਸ ਸੇਮ ਟਾਈਮ 'ਤੇ ਹੋ ਰਹੀਆਂ ਨੇ, ਠੀਕ ਹੈ। ਤਾਂ ਹੋਊਗਾ ਕਿ ਆਪਣੇ ਕੋਲੇ ਹੋਇਆ ਇਹ ਆਪਣੇ ਕੋਲੇ ਵੀ ਮਤਲਬ ਇੱਕ ਜਿਹੜਾ ਹੈ ਆਪਣੇ ਕੋਲੇ ਕੰਪਾਊਂਡ ਜਿਹੜਾ ਹੈ ਉਹ ਬਣ ਗਿਆ, ਠੀਕ ਹੈ। ਇੱਕੋ ਹੀ ਬਣਿਆ, ਇਹਦੇ ਵਿੱਚ ਜਿਵੇਂ 2 ਬਣੇ ਸੀ ਨਾ, 2 ਨਹੀਂ ਬਣੇ, ਇੱਥੇ ਸਿਰਫ ਇੱਕ ਬਣਿਆ ਜਿਹਦੇ ਵਿੱਚ OH ਨੈਗੇਟਿਵ ਦੂਸਰੀ ਸਾਈਡ 'ਤੇ ਲੱਗਿਆ, ਜਿੱਧਰ Br ਸੀ ਉੱਧਰ ਨਹੀਂ ਲੱਗਿਆ, ਦੂਸਰੇ ਪਾਸੇ ਆ ਕੇ ਲੱਗਿਆ, ਤਾਂ ਇੱਥੇ ਕੀ ਹੋਇਆ, ਇਨਵਰਜ਼ਨ ਹੋ ਗਈ। ਇਹ ਇਨਵਰਜ਼ਨ ਨੂੰ ਆਪਾਂ ਕੀ ਕਹਿੰਦੇ ਹਾਂ, ਵਾਲਡਨ ਇਨਵਰਜ਼ਨ, ਠੀਕ ਹੈ। ਇਹਦਾ ਨਾਮ ਹੈ ਰਿਐਕਸ਼ਨ ਦੇ ਵਿੱਚ ਜਿਹੜੀ ਇਨਵਰਜ਼ਨ ਹੁੰਦੀ ਹੈ ਉਸ ਨੂੰ ਕਹਿੰਦੇ ਹਾਂ ਵਾਲਡਨ ਇਨਵਰਜ਼ਨ, ਠੀਕ ਹੈ। ਅਤੇ ਉਸ ਤੋਂ ਬਾਅਦ SN2 ਰਿਐਕਸ਼ਨ ਇੱਕ ਸਟੈਪ ਦੇ ਵਿੱਚ ਹੁੰਦੀ ਆ ਅਤੇ ਕਨਫੀਗਰੇਸ਼ਨ ਹੈ ਜਿਹੜੀ ਇਨਵਰਟ ਹੁੰਦੀ ਆ। SN1 ਹੈ ਜਿਹੜੀ ਉਹ 2 ਸਟੈਪਸ ਦੇ ਵਿੱਚ ਹੁੰਦੀ ਆ, ਠੀਕ ਹੈ। ਅਤੇ ਇਨਵਰਜ਼ਨ ਵੀ ਹੁੰਦੀ ਆ ਇਹਦੇ ਵਿੱਚ ਅਤੇ ਰਿਟੈਂਸ਼ਨ ਵੀ ਹੁੰਦੀ ਆ, ਦੋਨੇ ਚੀਜ਼ਾਂ ਹੁੰਦੀਆਂ ਨੇ। ਇਸੇ ਨਾਲ ਹੀ ਇਹ ਜਿਹੜਾ ਚੈਪਟਰ ਹੈ ਇਹ ਵੀ ਖਤਮ ਹੁੰਦਾ ਅਤੇ ਮਕੈਨਿਜ਼ਮ ਜਿਹੜਾ ਸਾਰਾ ਹੈ ਇਹ ਖਤਮ ਹੋ ਜਾਂਦਾ ਆਪਣਾ, ਠੀਕ ਹੈ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।